ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਕੱਲ ਵੀ ਆਪਾਂ ਇਸ ਵਿਸ਼ੇ ਤੇ ਲਾਈਵ ਹੋਏ ਸੀ ਔਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਕੱਲ ਨੂੰ ਅਸੀਂ ਜੋ ਮੌਜੂਦਾ ਸਮੇਂ 'ਚ ਸ਼੍ਰੋਮਣੀ ਕਮੇਟੀ ਔਰ ਸਿੱਖ ਜਥੇਬੰਦੀਆਂ ਦਾ ਵਿਵਾਦ ਚੱਲ ਰਿਹਾ ਹੈ ਉਸ ਬਾਰੇ ਲਾਈਵ ਹੋਵਾਂਗੇ। ਸੋ ਆਪ ਸਭ ਸੰਗਤਾਂ ਦੇ ਅਸੀਸ ਦੇ ਨਾਲ ਅੱਜ ਫਿਰ ਕੋਸ਼ਿਸ਼ ਕੀਤੀ ਆ ਕਿ ਇਸ ਵਿਸ਼ੇ 'ਤੇ ਲਾਈਵ ਹੋ ਕੇ ਔਰ ਆਪ ਸਭ ਸੰਗਤ ਦੇ ਨਾਲ ਵਿਚਾਰ ਸਾਂਝੇ ਕੀਤੇ ਜਾ ਸਕਣ। ਕੱਲ੍ਹ ਅਸੀਂ ਵਿਚਾਰ ਕੀਤੀ ਸੀ ਇਸ ਵਿਸ਼ੇ 'ਤੇ ਕਿ ਮੋਰਚਾ ਲਾਉਣ ਦੀ ਲੋੜ ਕਿਉਂ ਪਈ ਔਰ ਇਹਦੇ ਨਾਲ ਹੀ ਨਾਲ ਇਸ ਗੱਲ ਦੀ ਅਸੀਂ ਵਿਚਾਰ ਕੀਤੀ ਸੀ ਕਿ ਇਹ ਮੋਰਚਿਆਂ ਨੂੰ ਫੇਲ ਕਰਨ ਵਾਸਤੇ ਜੋ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਮਤਲਬ ਹਰ ਵੇਲੇ ਜਦੋਂ ਵੀ ਸਿੱਖਾਂ ਦਾ ਮੋਰਚਾ ਲੱਗਦਾ ਉਦੋਂ ਸਰਕਾਰਾਂ ਜਾਂ ਜਿਨ੍ਹਾਂ ਦੇ ਖਿਲਾਫ ਵੀ ਅਸੀਂ ਮੋਰਚੇ ਲਾਉਂਦੇ ਹਾਂ ਉਹ ਸਾਡੇ ਮੋਰਚਿਆਂ ਨੂੰ ਪਾਰਟੀਬਾਜ਼ੀ ਦੇ ਵਿੱਚ ਉਲਝਾ ਕੇ ਇਹਨਾਂ ਮੋਰਚਿਆਂ ਦੇ ਮਹੱਤਵ ਨੂੰ ਬਹੁਤ ਹੀ ਗੌਣ ਕਰ ਦਿੰਦੀਆਂ, ਬਹੁਤ ਛੋਟਾ ਬਣਾ ਦਿੰਦੀਆਂ। ਔਰ ਇਹ ਜਿਹੜੇ ਸਾਡੇ ਮੋਰਚੇ ਆ ਜਿਹੜੇ ਕਿ ਬਹੁਤ ਉੱਚੇ ਆਦਰਸ਼ਾਂ ਦੇ ਵਾਸਤੇ ਸ਼ੁਰੂ ਕੀਤੇ ਹੁੰਦੇ ਆ ਉਹ ਪਾਰਟੀਬਾਜ਼ੀ ਦੇ ਵਿੱਚ ਔਰ ਇਹਨਾਂ ਸਾਡੀਆਂ ਛੋਟੀਆਂ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਂਦੇ ਆ। ਸੋ ਇਸ ਵਿਸ਼ੇ 'ਤੇ ਅਸੀਂ ਕੱਲ੍ਹ ਵਿਚਾਰ ਕਰ ਚੁੱਕੇ ਹਾਂ। ਸੋ ਅੱਜ ਅਸੀਂ ਇਸ ਗੱਲ 'ਤੇ ਵੀ ਵਿਚਾਰ ਕੀਤੀ ਸੀ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜੇ ਉਹਨਾਂ ਨੇ ਆਪਣੀ ਜਿਹੜੀ ਬਣਦੀ ਡਿਊਟੀ ਸੀ ਉਹ ਸਹੀ ਤਰੀਕੇ ਨਾਲ ਨਹੀਂ ਨਿਭਾਈ, ਜਿਸ ਕਰਕੇ ਕਿ ਸਾਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿ ਇਹ ਮੋਰਚੇ ਆ ਜਿਹੜੇ ਉਹ ਪੰਥ ਦੇ ਹੱਕ ਵਿੱਚ ਪੂਰੀ ਤਰ੍ਹਾਂ ਨਾਲ ਨਹੀਂ ਭੁਗਤ ਸਕੇ। ਔਰ ਤੀਸਰੀ ਚੀਜ਼ ਜਿਹੜੀ ਅਸੀਂ ਦੇਖੀ ਸੀ ਕਿ ਕੁਝ ਸਿੱਖ ਜਥੇਬੰਦੀਆਂ ਦੇ ਵਿੱਚੋਂ ਵੀ ਕੁਝ ਸਾਡੇ ਸਿੰਘ ਇੱਦਾਂ ਦੇ ਸੀ ਜਿਨ੍ਹਾਂ ਨੇ ਕੁਝ ਸ਼ਰਾਰਤਾਂ ਐਸੀਆਂ ਕੀਤੀਆਂ ਜਿਹੜੀਆਂ ਸ਼ਰਾਰਤਾਂ ਦਾ ਮੁੱਲ ਇਹ ਮੋਰਚਿਆਂ ਦੇ ਵਿਫਲਤਾ ਦੇ ਰੂਪ ਵਿੱਚ ਜਾਂ ਮੋਰਚਿਆਂ ਦੀ ਬਦਨਾਮੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਅਸੀਂ ਕੱਲ੍ਹ ਵਿਸ਼ਲੇਸ਼ਣ ਕਰ ਚੁੱਕੇ ਹਾਂ। ਔਰ ਜਿਹੜੀ ਮੈਂ ਮੇਨ ਗੱਲ ਕੱਲ੍ਹ ਦੇ ਵਿਸ਼ੇ ਵਿੱਚ ਕੁਝ ਸਿੰਘਾਂ ਦੇ ਮਨਾਂ ਵਿੱਚ ਇਹ ਵੀ ਭੁਲੇਖਾ ਸੀ ਕਿ ਸ਼ਾਇਦ ਅਸੀਂ ਸਾਰਾ ਭਾਂਡਾ ਜਿਹੜੇ ਸਿੰਘਾਂ ਨੇ ਕੁਝ ਸਿੰਘ ਸੀ ਜਿਹੜੇ ਜਿਨ੍ਹਾਂ ਨੇ ਭਾਵਨਾ ਚਾਹ ਕੇ ਜਾਂ ਪਤਾ ਨਹੀਂ ਉਹਨਾਂ ਦੀ ਕੀ ਮਨਸ਼ਾ ਸੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨਾਲ ਉਲਝੇ, ਉਹ ਸਿੰਘਾਂ ਦੇ ਸਿਰ ਦੇ ਉੱਤੇ ਅਸੀਂ ਇਹ ਠੀਕਰਾ ਭੰਨ ਰਹੇ ਹਾਂ। ਪਰ ਸਾਡੀ ਮਨਸ਼ਾ ਕਿਤੇ ਵੀ ਇਹ ਨਹੀਂ ਸੀ। ਸਿੰਘਾਂ ਦੀ ਗਲਤੀ ਸਿਰਫ ਇੰਨੀ ਸੀ ਕਿ ਉਹਨਾਂ ਨੇ ਆਵੇਸ਼ ਵਿੱਚ ਆ ਕੇ ਜਦੋਂ ਉਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨਾਲ ਥੋੜ੍ਹੀ ਜਿਹੀ ਕਿਹਾ ਸੁਣੀ ਹੁੰਦੀ ਆ ਤਾਂ ਉਹ ਆਵੇਸ਼ ਵਿੱਚ ਆ ਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਗੇਟ ਬੰਦ ਕਰਕੇ ਉਹਦੇ ਅੱਗੇ ਧਰਨੇ 'ਤੇ ਬੈਠ ਜਾਂਦੇ ਆ। ਸਿਰਫ ਇੰਨੀ ਹੀ ਗਲਤੀ ਸੀ ਸਿੱਖਾਂ ਦੀ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕੀ ਕੀਤਾ ਜੋ ਹਮੇਸ਼ਾ ਉਹ ਕਰਦੀ ਹੁੰਦੀ ਆ। ਸੋ ਮਤਲਬ ਕਿ ਸਿੰਘਾਂ ਦੀ ਐਡੀ ਵੱਡੀ ਗਲਤੀ ਨਹੀਂ ਸੀ ਜਿੱਡੀ ਵੱਡੀ ਉਹਨੂੰ ਬਣਾ ਕੇ ਸਿੱਖ ਸੰਗਤ ਦੇ ਵਿੱਚ ਪੇਸ਼ ਕੀਤਾ ਗਿਆ। ਔਰ ਜਿੰਨੇ ਨਿਕੰਮੇ ਔਰ ਜਿੰਨੇ ਅਯਾਸ਼ ਔਰ ਨਸ਼ੇੜੀ ਬਣਾ ਕੇ ਮੋਰਚੇ 'ਚ ਬੈਠੇ ਸਿੰਘਾਂ ਨੂੰ ਸਿੱਖ ਸੰਗਤ ਦੇ ਸਾਹਮਣੇ ਪੇਸ਼ ਕੀਤੇ ਗਿਆ, ਇਹ ਇੱਦਾਂ ਦਾ ਕੁਝ ਵੀ ਅਸਲੀਅਤ ਵਿੱਚ ਨਹੀਂ ਸੀ। ਅਸਲੀਅਤ ਵਿੱਚ ਉਹ ਸਿੰਘ ਬੜੀ ਚੜ੍ਹਦੀ ਕਲਾ ਵਾਲੇ ਔਰ ਭਾਵਨਾ ਵਾਲੇ ਨੇ। ਹਾਂ, ਕਈ ਵਾਰ ਹੁੰਦਾ ਸਾਡੇ ਤੋਂ ਭਾਵਨਾ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ ਨੇ। ਹੋ ਸਕਦਾ ਸਰਦਾਰ ਖੋਸੇ ਤੋਂ ਕੁਝ ਗਲਤੀਆਂ ਹੋਈਆਂ ਹੋਣ, ਹੋ ਸਕਦਾ ਕਿ ਉੱਥੇ ਬੈਠੇ ਹੋਰ ਸਿੰਘਾਂ ਤੋਂ ਵੀ ਕੁਝ ਗਲਤੀਆਂ ਹੋਈਆਂ ਹੋਣ, ਪਰ ਉਹਨਾਂ ਸਿੰਘਾਂ ਦੀਆਂ ਗਲਤੀਆਂ ਦੀ ਆੜ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਿੱਚ ਕੀਤੀ ਗਈ ਹੇਰਾ ਫੇਰੀ ਔਰ ਗੜਬੜੀ ਉਹ ਲੁਕ ਨਹੀਂ ਸਕਦੀ ਉਹਦੇ ਪਿੱਛੇ, ਕਿਉਂਕਿ ਸਾਡੇ ਵਾਸਤੇ ਸਰਬੋਤਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਸੀਂ ਇਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਦਬ ਸਤਿਕਾਰ ਬਹਾਲੀ ਤੋਂ ਬਿਨਾਂ ਸਿੱਖ ਕੌਮ ਆ ਜਿਹੜੀ ਉਹ ਆਪਣੇ ਵਜੂਦ ਨੂੰ ਬਚਾ ਸਕਦੀ ਆ।
ਇਹ ਅਸੀਂ ਭੁੱਲ ਜਾਈਏ। ਜੇ ਅਸੀਂ ਆਪਣੇ ਵਜੂਦ ਨੂੰ ਬਚਾਉਣਾ ਤਾਂ ਸਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਤਿਕਾਰ, ਅਦਬ, ਰਹੁ ਰੀਤ, ਉਹਨਾਂ ਦੀ ਜਾਂ ਪੁਰਾਤਨ ਮਰਿਆਦਾ ਹੈ ਜਿਹੜੀ, ਉਹਨੂੰ ਸਥਿਰ ਰੱਖਣਾ ਪਊਗਾ। ਪਰ ਮਰਿਆਦਾ ਨੂੰ ਸਥਿਰ ਕਰਨ ਵਾਸਤੇ, ਮਰਿਆਦਾ ਨੂੰ ਬਣਾਉਣ ਵਾਸਤੇ ਹਮੇਸ਼ਾ ਹੀ ਕੁਰਬਾਨੀਆਂ ਦੇਣੀਆਂ ਪੈਂਦੀਆਂ। ਸੋ ਅੱਜ ਜਿਹੜੀਆਂ ਸਾਡੀਆਂ ਸੰਪਰਦਾਵਾਂ ਮਰਿਆਦਾ ਦੀ ਦੁਹਾਈ ਦੇ ਰਹੀਆਂ, ਉਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਘੋਰ ਅਵੱਗਿਆ ਔਰ ਉਹਨਾਂ ਦੋਸ਼ੀਆਂ ਨੂੰ ਬਚਾਉਣ ਦੀ ਕਾਰਵਾਈ 'ਤੇ ਚੁੱਪ ਨੇ। ਇਹ ਬਹੁਤ ਹੀ ਹੈਰਾਨੀਜਨਕ ਗੱਲ ਹੈ, ਜਿਹੜੀ ਕਿ ਇੱਕ ਸਿੱਖ ਵਾਸਤੇ ਇਹਨੂੰ ਡਾਈਜੈਸਟ ਕਰਨਾ, ਇਹਨੂੰ ਹਜ਼ਮ ਕਰਨਾ ਬੜਾ ਔਖਾ ਹੈ ਕਿ ਸਾਡੀਆਂ ਵੱਡੀਆਂ ਸੰਪਰਦਾਵਾਂ ਇਸ ਗੱਲ 'ਤੇ ਚੁੱਪ ਕਿਉਂ ਨੇ। ਜਿਹੜੇ ਦੋਸ਼ੀਆਂ ਨੇ 328 ਸਰੂਪ ਖੁਰਦ-ਬੁਰਦ ਕੀਤੇ ਆ, ਲਾਪਤਾ ਕੀਤੇ ਆ ਜਾਂ ਵੇਚੇ ਆ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਕਿਉਂ ਨਹੀਂ ਹੋਈ। ਕੁਝ ਸਿੰਘਾਂ ਨਾਲ ਜਦੋਂ ਮੇਰੀ ਆਵਾਜ਼ੇ ਕੌਮ TV 'ਤੇ ਵਿਚਾਰ ਹੋਈ ਸੀ ਤਾਂ ਉਹਨਾਂ ਸਿੰਘਾਂ ਦਾ ਤਰਕ ਸੀ ਕਿ ਇਹ ਸਿੱਖਾਂ ਦਾ ਅੰਦਰੂਨੀ ਮਸਲਾ, ਇਹਨੂੰ ਕੋਰਟ ਕਚਹਿਰੀ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ, ਇਸ ਕਰਕੇ ਇਹਨੂੰ ਅਕਾਲ ਤਖਤ ਸਾਹਿਬ 'ਤੇ ਨਿਬੇੜਨਾ ਚਾਹੀਦਾ। ਜੇ ਸਿੱਖਾਂ ਦਾ ਅੰਦਰੂਨੀ ਮਸਲਾ ਸੀ, ਫਿਰ ਜਿਹੜੀ ਕੱਲ੍ਹ ਝੜਪ ਹੋਈ ਹੈ ਉੱਥੇ ਹਰਿਮੰਦਰ ਸਾਹਿਬ, ਉਹ ਵੀ ਤਾਂ ਸਿੱਖਾਂ ਦੀ ਆਪਸ ਵਿੱਚ ਹੀ ਹੋਈ ਹੈ। ਉਸ ਝੜਪ ਨੂੰ ਕੋਰਟ ਵਿੱਚ ਕਿਉਂ ਲਿਆ ਕੇ ਗਏ ਆ? ਉਸ ਝੜਪ ਦੇ ਵਿੱਚ ਸਿੰਘਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ 307 ਦੇ ਪਰਚੇ ਕਿਉਂ ਦਰਜ ਕਰਵਾਏ ਆ, ਜੇ ਸਿੱਖਾਂ ਦਾ ਆਪਣਾ ਹੀ ਮਸਲਾ ਸੀ ਤਾਂ। ਸੋ ਹਰ ਵੇਲੇ ਸ਼੍ਰੋਮਣੀ ਕਮੇਟੀ ਹੈ ਜਿਹੜੀ, ਇਹ ਦੋਗਲੀ ਨੀਤੀ ਚੱਲ ਕੇ ਸਿੱਖਾਂ ਨੂੰ ਬਦਨਾਮ ਕਰਦੀ ਹੈ। ਆਪਣੇ ਖਿਲਾਫ, ਆਪਣੇ ਆਪ ਨੂੰ ਸੱਚਿਆਂ ਸਾਬਤ ਕਰਨ ਵਾਸਤੇ ਆਪਣੇ ਖਿਲਾਫ ਮੋਰਚੇ ਲਾਉਣ ਵਾਲੇ ਸਿੰਘਾਂ ਨੂੰ ਹੀ ਬਦਨਾਮ ਕਰਕੇ ਇਹਨਾਂ ਮੋਰਚਿਆਂ ਵਿੱਚ ਉਲਝਾ ਦਿੰਦਾ। ਔਰ ਜੋ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ, ਉਹਨੂੰ ਐਸਾ ਨਹੀਂ ਕਰਨਾ ਚਾਹੀਦਾ। ਔਰ ਦੂਸਰੀ ਬੇਨਤੀ ਹੈ, ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਸਾਨੂੰ ਕੋਈ ਦੁੱਖ ਨਹੀਂ ਹੁੰਦਾ, ਪਰ ਜੇ ਕੋਈ ਸਾਡੇ ਮੁਖੀ ਨੂੰ ਜਾਂ ਜਿਨ੍ਹਾਂ ਸੰਤਾਂ ਸਾਧਾਂ ਨਾਲ ਅਸੀਂ ਜੁੜੇ ਹਾਂ ਉਹਨਾਂ ਬਾਰੇ ਮਾੜਾ ਚੰਗਾ ਬੋਲ ਦੇਵੇ ਤਾਂ ਉਹਨਾਂ ਵਾਸਤੇ ਅਸੀਂ ਕੋਰਟ ਕਚਹਿਰੀਆਂ ਤੱਕ ਵੀ ਜਾਂਦੇ ਹਾਂ ਔਰ ਉਹਨਾਂ ਬੰਦਿਆਂ ਨੂੰ ਮਾਰਨ ਤੱਕ ਜਾਂਦੇ ਹਾਂ। ਪਰ ਜਿਨ੍ਹਾਂ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਸਰੂਪ ਲਾਪਤਾ ਕੀਤੇ ਆ, ਜਿਸ ਸੰਸਥਾ ਦੇ ਉੱਤੇ ਇਹ ਦੋਸ਼ ਲੱਗਦਾ, ਉਸ ਸੰਸਥਾ ਦੇ ਬਾਰੇ ਕਿਸੇ ਵੀ ਸਿੱਖ ਸੰਪਰਦਾ ਵੱਲੋਂ ਜ਼ੁਬਾਨ ਨਾ ਖੋਲ੍ਹਣੀ, ਕਿਸੇ ਵੀ ਸਿੱਖ ਸੰਪਰਦਾ ਦੇ ਵੱਲੋਂ ਉਸ ਚੀਜ਼ ਬਾਰੇ ਬਿਆਨ ਨਾ ਦੇਣੇ, ਇਹ ਕਿਤੇ ਨਾ ਕਿਤੇ ਬਹੁਤ ਵੱਡੀ ਸਾਡੀ ਅਣਗਹਿਲੀ ਆ। ਔਰ ਇਹਦੇ ਸਾਨੂੰ ਬਹੁਤ ਹੀ ਗਹਿਰੇ ਔਰ ਗੰਭੀਰ ਸਿੱਟੇ ਆਉਣ ਵਾਲੇ ਭਵਿੱਖ 'ਚ ਭੁਗਤਣੇ ਪੈ ਸਕਦੇ ਆ, ਕਿਉਂਕਿ ਇੰਨਾ ਅਵੇਸਲਾਪਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੇ ਪ੍ਰਤੀ ਜਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਦੇ ਪ੍ਰਤੀ ਕਦੇ ਵੀ ਸਿੱਖ ਸੰਪਰਦਾਵਾਂ ਨੇ ਨਹੀਂ ਸੀ ਅਪਣਾਇਆ, ਜੋ ਰੋਲ ਉਹ ਅੱਜ ਨਿਭਾ ਰਹੀਆਂ ਨੇ। ਔਰ ਦੂਸਰੀ ਬੇਨਤੀ ਮੈਂ ਇਹ ਕਰੂੰਗਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖ ਇਹ ਬਚਨ ਕਰਿਆ ਕਰਦੇ ਸੀ ਕਿ ਜੇ ਕੋਈ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦੋਖੀ ਤੁਹਾਨੂੰ ਮਿਲਦਾ, ਉਹਨੂੰ ਝਟਕਾ ਕੇ ਮੇਰੇ ਕੋਲ ਆ ਜਿਓ, ਮੈਂ ਸਾਂਭੂੰਗਾ। ਪਰ ਅੱਜ ਝਟਕਾ ਕੇ ਆਉਣਾ ਕਹਿਣਾ ਤਾਂ ਇੱਕ ਗੱਲ ਹੈ, ਅਸੀਂ ਦੋਸ਼ੀਆਂ ਦੇ ਖਿਲਾਫ ਬਿਆਨ ਵੀ ਨਹੀਂ ਦੇ ਸਕਦੇ। ਸੋ ਇਹ ਕਿਤੇ ਨਾ ਕਿਤੇ ਸਾਡੀ ਅਣਗਹਿਲੀ ਨੂੰ ਬਹੁਤ ਹੱਦ ਤੱਕ ਉਜਾਗਰ ਕਰਦਾ ਕਿ ਅਸੀਂ ਕਿੰਨੀ ਕੁ ਅਵੇਸਲਾਪਨ ਸਿਰਫ ਆਪਣਾ ਧੜਾ ਪਾਲਣ ਵਾਸਤੇ ਅਸੀਂ ਕਿੱਥੋਂ ਤੱਕ ਗਿਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਸਾਨੂੰ ਕੋਈ ਦੁੱਖ ਨਹੀਂ ਹੈ। ਮੈਂ ਇੱਥੇ ਕਲੀਅਰ ਕਹਿਣਾ, ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀ ਉਹ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਇਸ ਮੁੱਦੇ 'ਤੇ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਸੀ, ਉਹਨਾਂ ਨੇ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ, ਉਹਨੂੰ ਨਿਭਾਉਣ 'ਚ ਪੂਰੀ ਤਰ੍ਹਾਂ ਨਾਲ ਫੇਲ ਹੋਏ ਆ। ਔਰ ਇਹ ਸਾਰੇ ਦਾ ਸਾਰਾ ਜਿਹੜਾ ਇਹ ਜਿਹੜੇ ਵਾਪਰੇ ਨੇ ਉੱਥੇ ਕੱਲ੍ਹ ਜਾਂ ਪਰਸੋਂ ਜੋ ਵੀ ਘਟਨਾ, ਕਿਤੇ ਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ, ਅਖੌਤੀ ਜਥੇਦਾਰ ਹੈ, ਉਹ ਦੋਸ਼ੀ ਆ। ਪਹਿਲੀ ਬੇਨਤੀ ਮੈਂ ਆਪਣੀ ਗੱਲ ਸ਼ੁਰੂ ਕਰਨ ਦੇ 'ਤੇ ਹੀ ਮੈਂ ਕਹਿ ਦਿੰਦਾ, ਅਕਾਲ ਤਖਤ ਮਹਾਨ ਹੈ, ਪਰ ਅਕਾਲ ਤਖਤ ਦੇ ਉੱਤੇ ਜਿਹੜਾ ਜਥੇਦਾਰ ਥਾਪਿਆ ਹੈ ਉਹ ਸਿਰਮੌਰ ਹੈ ਆਪਣੇ ਫੈਸਲਿਆਂ ਕਰਕੇ। ਜੇ ਉਹ ਸਹੀ ਫੈਸਲੇ ਕਰੂਗਾ ਤਾਂ ਸਿੱਖ ਜਗਤ ਉਹਦਾ ਸਤਿਕਾਰ ਕਰੂਗਾ, ਪਰ ਜੇ ਉਹ ਸਹੀ ਫੈਸਲੇ ਨਹੀਂ ਕਰੂਗਾ ਤਾਂ ਸਿੱਖ ਜਗਤ ਦੇ ਵਿੱਚ ਜਥੇਦਾਰ ਆਪਣੇ ਸਤਿਕਾਰ ਨੂੰ ਬਹਾਲ ਨਹੀਂ ਰੱਖ ਸਕੇਗਾ। ਸੋ ਜਥੇਦਾਰ ਨੇ ਜਥੇਦਾਰ ਦੀ ਪਦਵੀ ਦਾ, ਸ਼੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਬਹਾਲ ਰੱਖਣਾ ਜਾਂ ਨਹੀਂ ਰੱਖਣਾ, ਇਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨਿਰਭਰ ਕਰਦਾ। ਪਹਿਲਾਂ ਵੀ ਜਦੋਂ ਸ਼੍ਰੋਮਣੀ ਕਮੇਟੀ ਗਲਤੀਆਂ ਕਰਦੀ ਆਈ ਆ, ਜਥੇਦਾਰ ਅਕਾਲ ਤਖਤ ਸਾਹਿਬ ਹਮੇਸ਼ਾ ਹੀ ਸ਼੍ਰੋਮਣੀ ਕਮੇਟੀ ਵਾਂਗ ਵਿਹਾਰ ਕਰਦੇ ਰਹੇ ਆ। ਉਹਨਾਂ ਨੇ ਕਦੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਂਗ ਵਿਹਾਰ ਨਹੀਂ ਕੀਤਾ। ਜਦੋਂ ਸ਼੍ਰੋਮਣੀ ਕਮੇਟੀ ਨੇ ਸਿੱਖ ਗੁਰੂਆਂ ਦੇ ਖਿਲਾਫ ਕੁਝ ਭੱਦੀ ਸ਼ਬਦਾਵਲੀ ਜਿਨ੍ਹਾਂ ਕਿਤਾਬਾਂ ਵਿੱਚ ਸੀ ਉਹ ਸਿੱਖ ਇਤਿਹਾਸ ਦੇ ਨਾਂ 'ਤੇ ਛਾਪੀਆਂ,
ਤਾਂ ਸਿੱਖ ਵਿਦਵਾਨਾਂ ਨੇ ਇਸ ਚੀਜ਼ ਦਾ ਰੋਸ ਕੀਤਾ। ਉਹਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਂਚ ਨਹੀਂ ਕੀਤੀ ਗਈ, ਦੋਸ਼ੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਦਿੱਤੀ ਗਈ। ਸੋ ਇੱਥੋਂ ਹੀ ਵੱਡੀਆਂ ਅਣਗਹਿਲੀਆਂ ਦਾ ਮੁੱਢ ਵੱਜਦਾ। ਜਦੋਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਗੁਰੂ ਸਾਹਿਬ ਦੇ ਖਿਲਾਫ ਲਿਖਣਾ ਕੋਈ ਛੋਟੀ ਗੱਲ ਨਹੀਂ ਸੀ, ਪਰ ਅਸੀਂ ਨੋਟਿਸ ਲੈ ਕੇ ਉਹ ਮਿਟਾ ਤਾਂ ਦਿੱਤੀ, ਪਰ ਲਿਖਣ ਵਾਲਿਆਂ ਦੇ ਪ੍ਰਤੀ ਕੋਈ ਸਖਤ ਕਾਰਵਾਈ ਨਹੀਂ ਹੋਈ। ਇਸ ਚੀਜ਼ ਨੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੱਡੀਆਂ ਘਟਨਾਵਾਂ ਦੇ ਵਾਪਰਨ ਦਾ ਜਿਹੜਾ ਦਰਵਾਜ਼ਾ ਸੀ ਉਹ ਖੋਲ੍ਹ ਦਿੱਤਾ। ਉਹਨਾਂ ਨੂੰ ਵਾਪਰਨ ਦਾ ਜਿਹੜਾ ਰਸਤਾ ਸੀ ਉਹ ਕਲੀਅਰ ਕਰ ਦਿੱਤਾ। ਔਰ ਇਸ ਦੇ ਮੱਦੇਨਜ਼ਰ ਫਿਰ ਅੱਗੇ ਅੱਗੇ ਜੋ ਬਹੁਤ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਸਿੱਖਾਂ ਦੀਆਂ ਦਸਤਾਰਾਂ ਲਹਿੰਦੀਆਂ ਰਹੀਆਂ, ਔਰ ਉਸ ਮੁੱਦੇ 'ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਦੇ ਵੀ ਗੰਭੀਰਤਾ ਦੇ ਨਾਲ ਇਹ ਵਿਚਾਰ ਨਹੀਂ ਕੀਤਾ ਕਿ ਸਿੱਖਾਂ ਦੀ ਟਾਸਕ ਫੋਰਸ, ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਜਾਂ ਪੰਜਾਬ ਪੁਲਿਸ ਹਮੇਸ਼ਾ ਸਿੱਖ ਦੀ ਪੱਗ ਨੂੰ ਹੀ ਹੱਥ ਕਿਉਂ ਪਾਉਂਦੀ ਆ। ਬਾਹਰਲੇ ਰਾਜਾਂ ਦੇ ਵਿੱਚ ਜੇ ਕਿਤੇ ਕਿਸੇ ਸਿੱਖ ਦੀ ਦਸਤਾਰ ਨੂੰ ਹੱਥ ਪੈਂਦਾ ਤਾਂ ਅਸੀਂ ਉਦੋਂ ਹੀ ਪਹੁੰਚ ਜਾਂਦੇ ਹਾਂ। ਕਲਕੱਤੇ ਦੇ ਵਿੱਚ ਇੱਕ ਸਿੱਖ ਦੀ ਦਸਤਾਰ ਦੀ ਬੇਅਦਬੀ ਹੋਈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਬਿਆਨ ਦਿੱਤਾ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਬਿਆਨ ਦਿੱਤਾ, ਸਾਰੀਆਂ ਸਿੱਖ ਸੰਸਥਾਵਾਂ ਨੇ ਬਿਆਨ ਦਿੱਤੇ ਕਿ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਸਿੱਖ ਦੀ ਦਸਤਾਰ ਦੀ ਬੇਅਦਬੀ। ਪਰ ਜੇ ਉਹੀ ਦਸਤਾਰ ਦੀ ਬੇਅਦਬੀ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਕਮੇਟੀ ਕਰ ਰਹੀ ਆ, ਨਾ ਕਿਸੇ ਜਥੇਦਾਰ ਦਾ ਮੂੰਹ ਖੁੱਲਿਆ, ਨਾ ਕਿਸੇ ਹੋਰ ਸੁਹਿਰਦ ਸਿੱਖ ਆ ਜਿਹੜੇ ਉੱਚ ਅਹੁਦਿਆਂ 'ਤੇ ਬੈਠੇ ਉਹਦਾ ਮੂੰਹ ਖੁੱਲਿਆ, ਸਾਰਿਆਂ ਨੂੰ ਦੰਦਲ ਪੈ ਗਈ ਇਸ ਮੁੱਦੇ 'ਤੇ। ਔਰ ਇਹ ਚੀਜ਼ ਆ ਜਿਹੜੀ ਇਹ ਵਾਪਰਦੀਆਂ ਕਿਉਂ ਨੇ? ਕਿਉਂਕਿ ਸਾਡੇ ਜਥੇਦਾਰ ਨੇ, ਸਾਡੇ ਜਿਹੜੇ ਆਗੂ ਨੇ ਉਹ ਅਵੇਸਲੇ ਆ ਇਸ ਪਾਸੇ ਤੋਂ, ਉਹ ਇੱਧਰ ਧਿਆਨ ਹੀ ਨਹੀਂ ਦੇਣਾ ਚਾਹੁੰਦੇ। ਜਾਂ ਜਿਵੇਂ ਕਿ ਕਿਤੇ ਕਿਸੇ ਦੇ ਡੂੰਘੀ ਸੱਟ ਵੱਜੀ ਹੋਵੇ ਨਾ, ਕਿਸੇ ਦੇ ਬਹੁਤ ਡੂੰਘਾ ਫੱਟ ਲੱਗਿਆ ਹੋਵੇ, ਉੱਧਰੋਂ ਧਿਆਨ ਹਟਾਉਣਾ ਹੋਵੇ ਤਾਂ ਉਹਨੂੰ ਦੂਸਰੀ ਸੱਟ ਮਾਰ ਦੇਈਦੀ ਆ, ਉਹਦਾ ਧਿਆਨ ਦੂਸਰੀ ਛੋਟੀ ਸੱਟ ਵੱਲ ਹੋ ਜਾਂਦਾ, ਵੱਡੀ ਸੱਟ ਵੱਲੋਂ ਉਹਦਾ ਧਿਆਨ ਹਟ ਜਾਂਦਾ। ਸੋ ਇਸੇ ਤਰ੍ਹਾਂ ਸਾਡੀਆਂ ਕੇਂਦਰੀ ਸੰਸਥਾਵਾਂ ਨੇ ਜਿਹੜੀਆਂ ਉਹ ਕਰ ਰਹੀਆਂ ਨੇ, ਵੱਡੀਆਂ ਘਟਨਾਵਾਂ ਵੱਲੋਂ ਸਾਡਾ ਧਿਆਨ ਆ ਜਿਹੜਾ ਛੋਟੀਆਂ ਛੋਟੀਆਂ ਘਟਨਾਵਾਂ ਵੱਲ ਮੋੜਿਆ ਜਾ ਰਿਹਾ। ਇੱਦਾਂ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਸਾਡਾ ਧਿਆਨ ਹੈ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੱਲੋਂ ਹਟ ਕੇ ਉਹਨਾਂ ਚੀਜ਼ਾਂ ਵੱਲ ਹੋ ਜਾਵੇ। ਪਹਿਲਾਂ ਸ਼੍ਰੋਮਣੀ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖੁਰਦ-ਬੁਰਦ ਕੀਤੇ, ਜੇ ਸਿੱਖ ਉਹਨਾਂ ਦਾ ਇਨਸਾਫ ਮੰਗਣ ਗਏ ਫਿਰ ਉਹਨਾਂ ਦੀਆਂ ਦਸਤਾਰਾਂ ਲਾਈਆਂ, ਉਹਨਾਂ ਨੂੰ ਕੁੱਟਿਆ, ਸਿੱਖਾਂ ਦੇ ਕੇਸ ਖੋਲ੍ਹ ਕੇ ਦਸਤਾਰਾਂ ਦੇ ਵਿੱਚ ਛਿੱਤਰ ਮਾਰੇ ਗਏ। ਕੀ ਇਹ ਘਟਨਾ ਛੋਟੀ ਹੈ? ਇਸ ਨਾਲੋਂ ਅਸੀਂ ਸਾਰੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਇੱਕ ਸਿੱਖ ਦੇ ਕੇਸਾਂ ਦੀ ਬੇਅਦਬੀ ਕਰਕੇ ਸ਼ਿਵਰਾਮ ਥਾਣੇਦਾਰ ਨੇ ਭੇਜਿਆ ਸੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਇੱਕ ਸਿੱਖ ਦੀ ਕੇਸਾਂ ਦੀ ਬੇਅਦਬੀ ਕਰਾ ਕੇ ਆਪਣੇ ਕੋਲ ਬਿਠਾ ਕੇ ਅਸੀਂ ਬੈਠੇ ਹਾਂ, ਇਹਨੂੰ ਚੰਗਾ ਸਾਰੀ ਸਿੱਖ ਕੌਮ ਮਰ ਜਾਵੇ, ਸਾਨੂੰ ਕੋਈ ਦੁੱਖ ਨਹੀਂ, ਪਰ ਸਿੱਖ ਦੇ ਕੇਸਾਂ ਦੀ ਬੇਅਦਬੀ ਦਾ ਬਹੁਤਾ ਦੁੱਖ ਹੈ। ਪਰ ਅੱਜ ਸਾਡੇ ਸੰਪਰਦਾਵਾਂ ਦੇ ਮੁਖੀਆਂ ਨੂੰ, ਸਾਡੀਆਂ ਸੰਸਥਾਵਾਂ ਦੇ ਮੁਖੀਆਂ ਨੂੰ, ਉੱਚ ਅਹੁਦੇ 'ਤੇ ਬੈਠੇ ਸਿੱਖਾਂ ਨੂੰ, ਸੁਹਿਰਦ ਸਿੱਖਾਂ ਨੂੰ, ਸਿੱਖਾਂ ਦੀਆਂ ਦਸਤਾਰਾਂ ਲੱਥੀਆਂ ਦਾ ਭਾਵੇਂ ਖੋਸਾ, ਮੈਂ ਨਹੀਂ ਕਹਿੰਦਾ ਖੋਸਾ ਬਹੁਤ ਚੰਗਾ ਜਾਂ ਬਹੁਤ ਮਾੜਾ, ਮੈਂ ਕਿਸੇ ਬਾਰੇ ਨਿਰੂਪਣ ਨਹੀਂ ਕਰਦਾ, ਜਿੱਦਾਂ ਮੇਰਾ ਜਿਹੜਾ ਮੰਨਣਾ ਉਹ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਖੋਸਾ ਕੀ ਆ? ਉਹਦਾ ਨਿੱਜੀ ਜੀਵਨ ਉਹ ਆਪ ਜਾਣਦਾ, ਜਾਂ ਗੁਰੂ ਸਾਹਿਬ ਜਾਣਦੇ ਆ, ਜਾਂ ਉਹਦੇ ਨੇੜੇ ਵਿਚਰਨ ਵਾਲੇ ਜਾਣਦੇ ਹੋਣਗੇ। ਮੈਂ ਨਾ ਉਹਨੂੰ ਕਲੀਨ ਚਿੱਟ ਦਿੰਦਾ, ਨਾ ਉਹਨੂੰ ਦੋਸ਼ੀ ਮੰਨਦਾ। ਮੈਂ ਦੋਨੇ ਹਾਲਾਤਾਂ ਵਿੱਚ ਹੀ ਕੁਛ ਨਹੀਂ ਕਹਿਣਾ ਚਾਹੁੰਦਾ। ਚਲੋ ਜੇ ਅਸੀਂ ਮੰਨ ਵੀ ਲਈਏ ਕਿ ਖੋਸਾ ਦੋਸ਼ੀ ਆ, ਜਾਂ ਭਾਈ ਬਲਵੀਰ ਸਿੰਘ ਮੁੱਛਲ ਦੋਸ਼ੀ ਆ, ਜਾਂ ਭਾਈ ਪਰਮਜੀਤ ਸਿੰਘ ਅਕਾਲੀ ਦੋਸ਼ੀ ਆ, ਜਾਂ ਮਹੂ ਦੋਸ਼ੀ ਆ, ਜਾਂ ਪਰ ਇੱਕ ਸਿੱਖ ਤਾਂ ਹੈ ਨਾ, ਉਹ ਇੱਕ ਸਿੱਖ ਦੀ ਦਸਤਾਰ ਭਾਵੇਂ ਕਿ ਉਹ ਦੋਸ਼ੀ ਵੀ ਆ, ਉਹਦੀ ਦਸਤਾਰ ਨੂੰ ਲਾਉਣ ਦਾ ਕਿਸੇ ਨੂੰ ਕੀ ਹੱਕ ਆ? ਸ਼੍ਰੋਮਣੀ ਕਮੇਟੀ ਨੂੰ ਕੀ ਹੱਕ ਆ? ਟਾਸਕ ਫੋਰਸ ਨੂੰ ਕੀ ਹੱਕ ਆ? ਜਾਂ ਸ਼੍ਰੋਮਣੀ ਕਮੇਟੀ ਦੇ ਸਕੱਤਰਾਂ ਨੂੰ ਕੀ ਹੱਕ ਆ ਕਿ ਉਹ ਦੋਸ਼ੀ ਸਿੱਖ ਦੀ ਵੀ ਦਸਤਾਰ ਲਾ ਸਕਣ? ਸੋ ਇਸ ਚੀਜ਼ ਨੂੰ ਸਾਨੂੰ ਰੋਕ ਸਕਦੇ ਸੀ ਜਥੇਦਾਰ ਅਕਾਲ ਤਖਤ ਸਾਹਿਬ। ਜਥੇਦਾਰ ਅਕਾਲ ਤਖਤ ਸਾਹਿਬ ਦਾ ਜਿੱਥੇ ਦਫ਼ਤਰ ਆ, ਉੱਥੋਂ ਜਿੱਥੇ ਮੋਰਚਾ ਲੱਗਿਆ ਸੀ ਕਿੰਨੀ ਕੁ ਦੂਰ ਸੀ? 200 ਮੀਟਰ ਦੂਰ ਆ। ਜਥੇਦਾਰ ਅਕਾਲ ਤਖਤ ਸਾਹਿਬ ਜਾ ਕੇ ਮੋਰਚੇ 'ਚ ਬਹਿੰਦੇ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੱਦਦੇ, ਦੱਸੋ ਭਾਈ ਸਿੱਖ ਬੈਠੇ ਆ 40 ਦਿਨਾਂ ਦੇ, ਤੁਸੀਂ ਗੱਲ ਕਿਉਂ ਨਹੀਂ ਸੁਣਦੇ? ਇਹਨਾਂ ਦੀ ਗੱਲ ਸੁਣੋ, ਔਰ ਜਿਹੜੀ ਇਹ ਚੀਜ਼ ਕਹਿੰਦੇ ਆ ਉਹ ਤੇ ਗੌਰ ਕਰੋ, ਔਰ ਉਸ ਚੀਜ਼ ਨੂੰ ਕਲੀਅਰ ਕਰੋ। ਗੱਲ ਤਾਂ ਇੰਨੀ ਸੀ, ਗੱਲ ਕਲੀਅਰ, ਦੋਨਾਂ ਧਿਰਾਂ ਨੂੰ ਬਿਠਾ ਕੇ ਦੋਨਾਂ ਧਿਰਾਂ ਦੀ ਗੱਲ ਸੁਣਦੇ, ਕਾਰਵਾਈ ਦਾ ਭਰੋਸਾ ਦਿੰਦੇ, ਟਕਰਾਅ ਹੋਣਾ ਹੀ ਨਹੀਂ ਸੀ। ਪਰ ਜਥੇਦਾਰ ਅਕਾਲ ਤਖਤ ਨੇ
ਜਥੇਦਾਰਾਂ ਵਾਲੀ ਕੀਤੀ ਨਹੀਂ, ਉਹ ਤਾਂ ਇੱਕ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਾਲੀ ਗੱਲ ਕਰ ਰਹੇ ਆ। ਔਰ ਸਿੱਖ ਪਹਿਲਾਂ ਤੋਂ ਹੀ ਕਹਿ ਰਹੇ ਆ ਕਿ ਜਥੇਦਾਰ, ਜਿਹੜੀ ਸ਼੍ਰੋਮਣੀ ਕਮੇਟੀ ਤੋਂ ਜਥੇਦਾਰ ਤਨਖਾਹ ਲੈ ਰਿਹਾ, ਉਸ ਸ਼੍ਰੋਮਣੀ ਕਮੇਟੀ ਦੇ ਖਿਲਾਫ ਜਥੇਦਾਰ ਫੈਸਲਾ ਕਿੱਦਾਂ ਦੇ ਸਕਦਾ। ਜਿਹੜੀ ਸ਼੍ਰੋਮਣੀ ਕਮੇਟੀ ਜਥੇਦਾਰ ਨੂੰ ਅਪਾਇੰਟ ਕਰ ਰਹੀ ਆ, ਜਥੇਦਾਰ ਨੂੰ ਲਾ ਰਹੀ ਆ ਜਾਂ ਜਥੇਦਾਰ ਨੂੰ ਲਾ ਰਹੀ ਆ, ਉਸ ਸ਼੍ਰੋਮਣੀ ਕਮੇਟੀ ਦੇ ਖਿਲਾਫ ਜਥੇਦਾਰ ਕਿੱਦਾਂ ਬੋਲ ਸਕਦਾ। ਜਥੇਦਾਰ ਤਾਂ ਇੱਕ ਮੁਲਾਜ਼ਮ ਆ ਉਹਨਾਂ ਦਾ। ਔਰ ਇਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਔਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ਼ਰੇਆਮ ਕਹਿੰਦੇ ਆ ਜਥੇਦਾਰ ਹੋਊਗਾ ਤੁਹਾਡੇ ਲਈ ਹੋਊਗਾ, ਸਾਡਾ ਤਾਂ ਮੁਲਾਜ਼ਮ ਆ ਉਹ। ਸੋ ਇਹਨਾਂ ਚੀਜ਼ਾਂ ਨੂੰ ਜਥੇਦਾਰ ਰੋਕ ਸਕਦਾ ਸੀ ਜੇ ਜਥੇਦਾਰ ਜਥੇਦਾਰਾਂ ਵਾਲੀ ਪਦਵੀ ਦਾ ਖਿਆਲ ਸਤਿਕਾਰ। ਸਾਡੇ ਜਥੇਦਾਰ ਹੁੰਦੇ ਸੀ ਅਕਾਲੀ ਫੂਲਾ ਸਿੰਘ ਵਰਗੇ, ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਸੀ ਕਾਣਿਆ ਤੂੰ ਗਲਤੀ ਕੀਤੀ ਆ, ਉਹ ਇਮਲੀ ਦੇ ਦਰਖਤ ਨੂੰ ਜੱਫਾ ਮਾਰ ਕੇ ਖੜ, ਤੈਨੂੰ ਕੋੜੇ ਵੱਜਣਗੇ। ਅੱਜ ਦੇ ਸਾਡੇ ਜਥੇਦਾਰ ਕਿੱਦਾਂ ਦੇ ਨੇ, ਜਿਹੜੇ ਇੱਕ ਸਿੱਖ ਦੀ ਪੱਗ ਲੱਥੀ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ, ਪਿਛਲੀ ਵਾਰ ਜਦੋਂ ਘਟਨਾ ਵਾਪਰੀ ਸੀ ਮੈਂ ਜਥੇਦਾਰ ਨੂੰ ਚਿੱਠੀ ਲਿਖੀ ਨੂੰ ਅੱਜ 1 ਮਹੀਨਾ ਔਰ 9 ਦਿਨ ਹੋ ਗਏ ਨੇ ਇਹਨਾਂ ਨੂੰ ਮੇਲ ਕੀਤੀ ਨੂੰ, ਅੱਜ ਤੱਕ ਮੈਨੂੰ ਉਸ ਮੇਲ ਦਾ ਜਵਾਬ ਨਹੀਂ ਆਇਆ। ਜਥੇਦਾਰ ਨੂੰ ਮਿਲਣ ਦਾ ਸਮਾਂ ਮੰਗਿਆ ਸੀ, ਅੱਜ ਤੱਕ ਉਸ ਚੀਜ਼ ਦਾ ਜਵਾਬ ਨਹੀਂ ਦਿੱਤਾ ਜਥੇਦਾਰ ਨੇ। ਜਿੱਦਣ ਇਹ ਘਟਨਾ ਵਾਪਰੀ ਸੀ ਜਥੇਦਾਰ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਮੈਨੇਜਰ ਨੂੰ ਸੱਦਦੇ, ਟਾਸਕ ਫੋਰਸ ਦੇ ਮੁਖੀ ਨੂੰ ਸੱਦ ਕੇ ਕਹਿੰਦੇ ਇਹ ਘਟਨਾ ਵਾਪਰੀ ਹੈ, ਅੱਜ ਵਾਪਰ ਗਈ, ਅੱਜ ਤੋਂ ਬਾਅਦ ਜੇ ਕਿਸੇ ਸਿੱਖ ਦੀ ਪੱਗ ਨੂੰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਹੱਥ ਪਾਇਆ, ਸ਼੍ਰੋਮਣੀ ਟਾਸਕ ਫੋਰਸ ਨੂੰ ਭੰਗ ਕਰ ਦਿੱਤਾ ਜਾਏਗਾ। ਟਾਸਕ ਫੋਰਸ ਆਪਣੀ ਜੇ ਇੰਨੀ ਤਾੜਨਾ ਜਥੇਦਾਰ ਅਕਾਲ ਤਖਤ ਸਾਹਿਬ ਉਦਣ ਕਰ ਦਿੰਦੇ ਤਾਂ ਦੁਬਾਰਾ ਸਿੱਖਾਂ ਦੀਆਂ ਪੱਗਾਂ ਲਾ ਕੇ ਸਿੱਖਾਂ ਦੇ ਸਿਰਾਂ ਵਿੱਚ ਛਿੱਤਰ ਮਾਰਨ ਦੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਹਿੰਮਤ ਨਹੀਂ ਸੀ ਪੈਣੀ। ਔਰ ਮੈਂ ਇਹ ਦਾਅਵੇ ਨਾਲ ਕਹਿਣਾ ਕੀ ਹੈ, ਜਿਹੜੇ ਸਿੱਖਾਂ ਦੇ ਸਿਰਾਂ 'ਚ ਛਿੱਤਰ ਮਾਰੇ ਆ ਜਥੇਦਾਰ ਅਕਾਲ ਤਖਤ ਸਾਹਿਬ ਨੇ ਮਾਰੇ ਆ, ਕਿਉਂਕਿ ਜੇ ਜਥੇਦਾਰ ਅਕਾਲ ਤਖਤ ਸਾਹਿਬ ਟਾਈਮ ਤੇ ਐਕਸ਼ਨ ਲੈਂਦਾ ਇਹ ਕਾਰਵਾਈ ਇੱਥੋਂ ਤੱਕ ਪਹੁੰਚਣੀ ਹੀ ਨਹੀਂ ਸੀ। ਸੋ ਮੈਂ ਅਜੇ ਵੀ ਸਿੱਖ ਕੌਮ ਨੂੰ ਔਰ ਸਾਰੀ ਸੰਗਤ ਨੂੰ ਇਹ ਅਪੀਲ ਕਰਦਾ ਕਿ ਅਸੀਂ ਯਤਨ ਕਰੀਏ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਾਉਣ ਦਾ ਔਰ ਜਥੇਦਾਰ ਸਾਹਿਬ ਨੂੰ ਸੇਵਾ ਮੁਕਤ ਕਰਨ ਦਾ ਕੋਈ ਵਿਧੀ ਵਿਧਾਨ ਬਣਾ ਦਿੱਤਾ ਜਾਵੇ। ਜਦੋਂ ਤੱਕ ਵਿਧੀ ਵਿਧਾਨ ਨਹੀਂ ਬਣੂਗਾ ਇਹ ਮਿੱਟੀ ਦੇ ਮਾਧੋ ਸਾਡੇ ਜਥੇਦਾਰ ਬਣਦੇ ਰਹਿਣਗੇ, ਇਹ ਪਿੰਜਰੇ ਦੇ ਤੋਤੇ ਸਾਡੇ ਜਥੇਦਾਰ ਬਣਦੇ ਰਹਿਣਗੇ ਉਦੋਂ ਤੱਕ ਜਦੋਂ ਤੱਕ ਜਥੇਦਾਰ ਨੂੰ ਲਾਉਣ ਦਾ ਔਰ ਸੇਵਾ ਮੁਕਤ ਕਰਨ ਦਾ ਇੱਕ ਵਿਧੀ ਵਿਧਾਨ ਨਹੀਂ ਬਣੇਗਾ। ਉਦੋਂ ਤੱਕ ਇਹ ਪਿੰਜਰੇ ਦੇ ਤੋਤੇ ਸਾਡੇ ਜਥੇਦਾਰ ਰਹਿਣਗੇ, ਜਿਹੜੇ ਕਿਸੇ ਦੇ ਚੂਰੀ ਪਾਇਆ ਬੋਲਣਗੇ, ਕਿਸੇ ਦੇ ਚੂਰੀ ਪਾਇਆ ਚੁੱਪ ਹੋਣਗੇ। ਸੋ ਸਿੱਖ ਕੌਮ ਨੂੰ ਵੀ ਇਹ ਬੇਨਤੀ ਆ ਕਿ ਇਸ ਚੀਜ਼ ਵੱਲ ਪੁਰਜੋਰ ਤਰੀਕੇ ਦੇ ਨਾਲ ਇਹਦਾ ਖੰਡਨ ਕੀਤਾ ਜਾਏ, ਇਹਦੀ ਨਿਖੇਧੀ ਕੀਤੀ ਜਾਵੇ ਔਰ ਜਥੇਦਾਰ ਅਕਾਲ ਤਖਤ ਨੂੰ ਚਿੱਠੀਆਂ ਲਿਖ ਕੇ ਔਰ ਪਰਸਨਲੀ ਤੌਰ ਤੇ ਮਿਲ ਕੇ ਇਸ ਚੀਜ਼ ਦਾ ਵਿਰੋਧ ਕੀਤਾ ਜਾਵੇ। ਔਰ ਜੇ ਜਥੇਦਾਰ ਸਾਡੀ ਗੱਲ ਨਹੀਂ ਸੁਣਦਾ ਤਾਂ ਜਥੇਦਾਰ ਕੌਮ ਤੋਂ ਸਰਮੌਰ ਨਹੀਂ ਹੈ, ਜਥੇਦਾਰ ਵੀ ਕੌਮ ਨੂੰ ਜਵਾਬਦੇਹ ਆ। ਜੇ ਜਥੇਦਾਰ ਕੌਮੀ ਭਾਵਨਾ ਦੀ ਤਰਜਮਾਨੀ ਨਹੀਂ ਕਰ ਸਕਦਾ, ਜੇ ਜਥੇਦਾਰ ਕੌਮ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਦਾ, ਕੌਮ ਦੀਆਂ ਭਾਵਨਾਵਾਂ ਨੂੰ ਸੁਣ ਨਹੀਂ ਸਕਦਾ, ਕੀ ਉਹਨੂੰ ਨੈਤਿਕ ਅਧਿਕਾਰ ਹੈ ਕਿ ਜਥੇਦਾਰੀ ਤੇ ਰਹਿ ਸਕੇ? ਉਹ ਜਿਸ ਜਥੇਦਾਰ ਨੂੰ ਇਹ ਹੀ ਨਹੀਂ ਪਤਾ ਮੇਰੀ ਕੌਮ ਵਿੱਚ ਹੋ ਕੀ ਰਿਹਾ, ਮੇਰੀ ਕੌਮ ਛਿੱਤਰੋ ਛਿੱਤਰੀ ਹੋ ਕੇ ਇੱਕ ਦੂਜੇ ਦੀਆਂ ਪੱਗਾਂ ਲਾ ਰਹੀ ਆ ਔਰ ਉਹਨੂੰ ਜਥੇਦਾਰੀ ਤੇ ਰਹਿਣ ਦਾ ਮੇਰੇ ਖਿਆਲ ਨਾਲ ਤਾਂ ਕੋਈ ਹੱਕ ਨਹੀਂ। ਉਹਨਾਂ ਨੂੰ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਜਥੇਦਾਰੀ ਤੋਂ ਕਿ ਮੈਂ ਨੈਤਿਕ ਤੌਰ ਤੇ ਇਸ ਜ਼ਿੰਮੇਵਾਰੀ ਨੂੰ ਨਹੀਂ ਸੰਭਾਲ ਸਕਿਆ, ਮੈਂ ਆਪਣੇ ਫਰਜ਼ਾਂ ਨੂੰ ਪੂਰਾ ਨਹੀਂ ਕਰ ਸਕਿਆ, ਮੈਂ ਅਸਤੀਫਾ ਦੇਣਾ ਇਸ ਚੀਜ਼ ਤੋਂ। ਔਰ ਇਹ ਜਥੇਦਾਰ ਇਸ ਚੀਜ਼ ਦਾ ਲਾਹਾ ਨਾ ਲਵੇ ਕਿ ਜਦੋਂ ਕੋਈ ਜਥੇਦਾਰ ਨਹੀਂ ਸੀ ਬਣਦਾ, ਗੁਰਬਚਨ ਸਿੰਘ ਨੇ ਮਾਹੌਲ ਖਰਾਬ ਕਰਤਾ ਸੀ, ਮੈਂ ਉਸ ਸਮੇਂ ਜਥੇਦਾਰੀ ਸਾਂਭੀ, ਉਹਦਾ ਵਕਾਰ। ਤੁਸੀਂ ਸਟੇਜਾਂ ਤੇ ਝੂਠ ਬੋਲ ਕੇ ਜਾਂ ਝੂਠੇ ਫੋਕੇ ਬਿਆਨ ਦੇ ਕੇ ਆਪਣੀ ਇਮੇਜ ਤਾਂ ਸੁਧਾਰ ਲਈ, ਪਰ ਸਿੱਖੀ ਦੀ ਜਿਹੜੀ ਇਮੇਜ ਸੀ ਉਹਨੂੰ ਤੁਸੀਂ ਕਿੱਦਾਂ ਸੁਧਾਰੋਗੇ? ਔਰ ਤੁਸੀਂ ਦੋ ਜਥੇਦਾਰੀਆਂ ਲੈ ਕੇ ਬੈਠੇ ਹੋ, ਇਹ ਕਿਤੇ ਵਿਧਾਨ ਹੀ ਨਹੀਂ ਕਿ 2 ਤਖਤਾਂ ਦਾ ਇੱਕ ਜਥੇਦਾਰ ਹੋਵੇ। ਜੇ ਕਿਤੇ ਵਿਧਾਨ ਹੈ ਤਾਂ ਮੈਨੂੰ ਦੱਸ ਦਿਓ। ਇੱਕ ਤਖਤ ਦੇ ਜਥੇਦਾਰ ਨੇ, ਦੂਜੇ ਤਖਤ ਦੇ ਕਾਰਜਕਾਰੀ ਜਥੇਦਾਰ ਨੇ, 5 ਦਾ ਤਾਂ ਕੋਰਮ ਹੀ ਨਹੀਂ ਪੂਰਾ ਹੁੰਦਾ। ਔਰ ਇਹ ਜਥੇਦਾਰ ਨਹੀਂ ਹੈ, ਇਹ ਗ੍ਰੰਥੀ ਨੇ, ਸਿਰਫ ਗ੍ਰੰਥੀ ਨੇ। ਗ੍ਰੰਥੀਆਂ ਨੂੰ ਅਪੁਆਇੰਟ ਕਰਕੇ ਜਥੇਦਾਰ ਬਣਾ ਦਿੱਤਾ ਜਾਂਦਾ, ਨਾ ਇਹਨਾਂ ਨੂੰ ਰਾਜਨੀਤਿਕ ਸਮਝਾ।
ਨਾ ਇਹਨਾਂ ਨੂੰ ਰਾਜਨੀਤਿਕ ਤਲ ਦੀ ਸੋਝੀ ਆ, ਨਾ ਹੀ ਇਹਨਾਂ ਨੂੰ ਸਿੱਖਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਬਾਰੇ ਗਿਆਨ। ਉੱਥੇ ਬਹਿ ਕੇ ਹੁਕਮਨਾਮੇ ਜਾਰੀ ਕਰ ਦਿੰਦੇ ਆ, ਇੱਥੇ ਸਾਡੇ ਵਰਗੇ ਲੜ ਮਰੀ ਜਾਂਦੇ ਆ। ਮੜੀਆਂ ਕਬਰਾਂ ਤੇ ਗੁਰੂ ਸਾਹਿਬ ਦੇ ਸਰੂਪ ਨਹੀਂ ਜਾਣ ਦੇਣੇ, ਸਿੱਖ ਇੱਥੇ ਡਾਂਗੋ ਡਾਂਗੀ ਹੋਏ, ਥੱਪੜੋ ਥੱਪੜੀ ਹੋਏ। ਕਦੇ ਕਿਸੇ ਨੇ ਆ ਕੇ ਨਹੀਂ ਪੁੱਛਿਆ ਇੱਥੇ ਵੀ ਤੁਹਾਡੇ ਤੇ ਪਰਚੇ ਦਰਜ ਹੋ ਗਏ ਪੀਰਾਂ ਦੀਆਂ ਕਬਰਾਂ ਤੋਂ ਪਾਠ ਰੋਕਦਿਆਂ ਤੋਂ, ਵੀ ਤੁਹਾਡੇ ਨਾਲ ਖੜ ਗਏ ਅਸੀਂ ਆ ਕੇ, ਜਾਂ ਸ਼੍ਰੋਮਣੀ ਕਮੇਟੀ ਮਦਦ ਕਰੇ। ਸ਼੍ਰੋਮਣੀ ਕਮੇਟੀ ਨੇ ਡੇਰੇ ਵਾਲੇ ਸਾਧ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਕਿ ਇਹਦਾ ਵਿਰੋਧ ਕੀਤਾ ਜਾਵੇ। ਅਸੀਂ ਇੱਥੇ 11 ਸਿੰਘਾਂ ਨੇ ਜਥੇ ਦਾ ਇਹਨੂੰ ਸੌਦਾ ਸਾਧ ਨੂੰ ਝੰਡੀਆਂ ਦਿਖਾਈਆਂ, ਰਾਮ ਰਹੀਮ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਡੇਰੇ ਵਾਲੇ ਦੇ ਪ੍ਰੇਮੀਆਂ ਨੇ ਸਾਡੇ ਤੇ ਹਮਲਾ ਕਰਤਾ। ਜੇ ਪੁਲਿਸ ਨਾ ਛਡਾਉਂਦੀ ਸਾਨੂੰ ਤਾਂ ਹੋ ਸਕਦਾ ਸਾਨੂੰ ਸਿੰਘਾਂ ਨੂੰ ਉੱਥੇ ਸ਼ਹੀਦ ਕਰ ਦਿੰਦੇ ਉਹ, ਜਾਂ ਮਾਰ ਦਿੰਦੇ। 3 ਸਾਲ ਸਾਡੇ ਤੇ ਕੇਸ ਚੱਲਿਆ। ਉਹ ਕਿਸੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਕਿਸੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨੇ, ਜਾਂ ਕਿਸੇ ਨੇ ਆਣ ਕੇ ਇਹ ਵੀ ਨਹੀਂ ਪੁੱਛਿਆ ਵੀ ਤੁਸੀਂ ਕੋਰਟ ਦੀਆਂ ਫੀਸਾਂ ਕਿੱਥੋਂ ਭਰਦੇ ਹੋ। ਸੋ ਜੇ ਤੁਸੀਂ ਕਰ ਨਹੀਂ ਸਕਦੇ, ਜੇ ਤੁਸੀਂ ਕੌਮ ਨੂੰ ਸੰਭਾਲ ਨਹੀਂ ਸਕਦੇ, ਤਾਂ ਤੁਸੀਂ ਇੱਦਾਂ ਦੇ ਹੁਕਮਨਾਮੇ ਕਿਉਂ ਹੁਣ ਕਬਰਾਂ ਤੇ ਮੜੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਪ੍ਰਕਾਸ਼ ਨਹੀਂ ਹੋਣ ਦੇਣਾ। ਇਹ ਜਥੇਦਾਰ ਅਕਾਲ ਤਖਤ ਸਾਹਿਬ ਦਾ ਫੈਸਲਾ। ਜੇ ਸਿੱਖ ਰੋਕਣ ਜਾਂਦੇ ਆ, ਅੱਗਿਓਂ ਡਾਂਗਾ ਲੈ ਕੇ ਪੈ ਜਾਂਦੇ ਆ ਉਹ ਲੋਕ। ਔਰ ਉੱਥੇ ਕਦੇ ਜਥੇਦਾਰ ਨੇ ਆ ਕੇ ਸਿੱਖਾਂ ਦੀ ਬਾਂਹ ਨਹੀਂ ਫੜੀ। ਸਾਡੇ ਇਲਾਕੇ 'ਚ ਕਿੰਨੀਆਂ ਥਾਵਾਂ ਨੇ ਜਿੱਥੇ ਪੀਰਾਂ ਦੀਆਂ ਕਬਰਾਂ 'ਤੇ ਪ੍ਰਕਾਸ਼ ਹੁੰਦਾ, ਅਸੀਂ ਰੋਕਣ ਜਾਂਦੇ ਹਾਂ, ਅੱਗਿਓਂ ਸਾਰਾ ਪਿੰਡ ਇਕੱਠਾ ਹੋ ਕੇ ਸਾਨੂੰ ਪੈ ਜਾਂਦਾ, ਗੱਡੀਆਂ ਘੇਰ ਲੈਂਦਾ ਸਾਡੀਆਂ। ਪਰ ਕਦੇ ਵੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਥਾਨਕ ਐਸਪੀ ਨੂੰ ਜਾਂ ਡੀਸੀ ਨੂੰ ਫੋਨ ਕਰਕੇ ਤਾੜਨਾ ਨਹੀਂ ਕੀਤੀ ਕਿ ਤੁਸੀਂ ਸਿੰਘਾਂ ਦੇ ਨਾਲ ਭਾਈ ਧੱਕਾ ਕਿਉਂ ਕਰਦੇ ਆ, ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਉਂ ਪ੍ਰਕਾਸ਼ ਹੋਣ ਦਿੱਤੇ। ਸਿਰਫ ਗੱਡੀਆਂ ਲੈ ਕੇ, ਗੱਡੀਆਂ ਦੇ ਅੱਗੇ ਸਕੌਟ ਗੱਡੀਆਂ ਲੈ ਕੇ, ਗਨਮੈਨ ਲੈ ਕੇ, ਇਸ ਕੰਮ ਨੂੰ ਜਥੇਦਾਰੀਆਂ ਲਈਆਂ ਸਿਰਫ ਕਿ ਸੰਗਤ ਤੋਂ ਲਿਫਾਫੇ ਇਕੱਠੇ ਕਰੀ ਜਾਓ, ਬਹਿ ਕੇ ਉੱਤੇ ਆਦੇਸ਼ ਜਾਰੀ ਕਰ ਦਿੱਤੇ। ਤੁਹਾਨੂੰ ਜਦੋਂ ਜ਼ਮੀਨੀ ਹਕੀਕਤ ਦਾ ਹੀ ਨਹੀਂ ਪਤਾ ਕਿ ਸਿੱਖ ਕੌਮ ਦੀ ਜ਼ਮੀਨੀ ਹਕੀਕਤ ਕੀ ਆ, ਅਸੀਂ ਵਿਚਰ ਕਿੱਥੇ ਰਹੇ ਹਾਂ, ਸਾਡੀ ਸਿੱਖ ਕੌਮ ਕਿਸ ਦਿਸ਼ਾ ਨੂੰ ਜਾ ਰਹੀ ਆ। ਜਾਣਾ ਤੁਸੀਂ ਅੱਗੇ ਨੂੰ ਸੀ, ਤੁਸੀਂ ਸਾਨੂੰ ਪਿੱਛੇ ਨੂੰ ਲੈ ਕੇ ਤੁਰ ਪਏ ਹੋ। ਜਿੱਧਰ ਨੂੰ ਜਾਣਾ ਸੀ ਸਾਡਾ ਮੂੰਹ ਡਿਵਰਟ ਕਰਕੇ ਪਿੱਛੇ ਨੂੰ ਲੈ ਕੇ ਤੁਰ ਪਏ ਹੋ। 1984 'ਚ ਜਿਹੜੀ ਆਈਡੀਓਲੋਜੀ ਸਾਨੂੰ ਸੰਤ ਜਰਨੈਲ ਸਿੰਘ ਦੇ ਕੇ ਗਏ ਸੀ ਕਿ ਕਿਸੇ ਵੀ ਅਕਾਲ ਤਖਤ ਦੇ ਜਥੇਦਾਰ ਨੇ ਯਤਨ ਕੀਤਾ ਕਿ ਉਸ ਆਈਡੀਓਲੋਜੀ ਨੂੰ ਰਾਜ ਕਰੇਗਾ, ਖਾਲਸਾ ਦੀ ਆਈਡੀਓਲੋਜੀ ਨੂੰ ਅੱਗੇ ਲੈ ਕੇ ਜਾਵੇ ਉਹ। ਔਰ ਦੂਸਰੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ, 2 ਥਾਂ ਤੇ ਮੋਰਚੇ ਲੱਗੇ ਆ। ਇੱਕ ਮੋਰਚਾ ਲੱਗਿਆ ਸੀ ਦਰਬਾਰ ਸਾਹਿਬ ਸਮੂਹ ਦੇ ਅੰਦਰ, ਦੂਸਰਾ ਮੋਰਚਾ ਲੱਗਿਆ ਲੌਂਗੋਵਾਲ ਪਿੰਡ। ਦਰਬਾਰ ਸਾਹਿਬ ਸਮੂਹ ਵਾਲਿਆਂ ਨੇ ਤਾਂ ਛਿੱਤਰ ਖਾ ਲਏ ਟਾਸਕ ਫੋਰਸ ਤੋਂ, ਛਿੱਤਰ ਦੂਜਿਆਂ ਦੇ ਵੀ ਪੈਣ ਵਾਲੇ ਆ। ਤਾਂ ਸਾਡੀਆਂ ਕਰਤੂਤਾਂ ਹੀ ਇੱਦਾਂ ਦੀਆਂ। ਜੇ ਅਸੀਂ ਇਹੀ 2 ਥਾਂ ਬਹਿਣ ਦੀ ਥਾਂ ਤੇ ਇੱਕ ਕਾਹਦੇ ਲਈ ਬੈਠੇ ਸੀ, ਚੌਧਰ ਵਾਸਤੇ, ਕਿ ਉੱਥੇ ਬੈਠੇ ਆ ਜਿਹੜੇ, ਉੱਥੇ ਉਹ ਆਗੂ ਆ, ਸਾਨੂੰ ਆਗੂ ਨਹੀਂ ਬਣਨ ਦੇਣਾ, ਸਾਡਾ ਅਖਬਾਰਾਂ 'ਚ ਨਾਂ ਨਹੀਂ ਆਉਣਾ ਵੀ ਮੋਰਚਾ ਕਿਹਨੇ ਲਾਇਆ, ਇਸ ਕਰਕੇ ਅਸੀਂ ਦੂਜੀ ਥਾਂ ਤੇ ਮੋਰਚਾ ਲਾ ਕੇ ਬਹਿ ਜਾਈਏ। ਸੋ ਇਹ ਸਾਡੀ ਚੌਧਰ ਦੀ ਭੁੱਖ ਨੇ ਸਾਡੇ ਮੋਰਚਿਆਂ ਨੂੰ ਪਾੜਿਆ, ਔਰ ਇਹਦਾ ਫਾਇਦਾ ਸਾਡੇ ਦੁਸ਼ਮਣ ਲੈ ਗਏ। ਨਾ ਸਾਡਾ ਉੱਥੇ ਦਰਬਾਰ ਸਾਹਿਬ ਸਮੂਹ ਵਿੱਚ ਲੱਗੇ ਹੋਏ ਮੋਰਚੇ 'ਚ ਵੀ ਸਾਡੇ ਕੇਸਾਂ ਦੀ, ਸਾਡੀਆਂ ਦਸਤਾਰਾਂ ਦੀ ਬੇਅਦਬੀ ਹੋਈ। ਹੁਣ ਤਿਆਰੀ ਤੁਸੀਂ ਵੀ ਕਰ ਲਓ ਲੌਂਗੋਵਾਲ ਵਾਲਿਓ, ਹੋਣਾ ਤੁਹਾਡੇ ਨਾਲ ਵੀ ਇਹੀ ਕੁਝ ਵਾ। 2 ਦਿਨ ਲੰਘ ਜਾਣ, 4 ਦਿਨ ਲੰਘ ਜਾਣ। ਔਰ ਤੀਸਰੀ ਬੇਨਤੀ ਮੈਂ ਹੋਰ ਕਰਦਾ, ਜਿਹੜੇ ਮੋਰਚਿਆਂ ਤੇ ਜਾ ਕੇ ਗਰਮ ਬਿਆਨ ਦਿੰਦੇ ਆ, ਮੈਂ ਉਦਣ ਦਾ ਦੇਖ ਰਿਹਾ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਜਿਨ੍ਹਾਂ ਨੇ ਵੀ ਉੱਥੇ ਜਾ ਕੇ ਗਰਮ ਬਿਆਨ ਦਿੱਤੇ ਆ, ਜਿੱਦਣ ਸਿੰਘਾਂ ਦੀ ਕੁੱਟਮਾਰ ਹੋਈ ਆ ਉਹਨਾਂ 'ਚੋਂ ਕੋਈ ਉੱਥੇ ਨਹੀਂ ਸੀ, ਕਿਸੇ ਦੇ ਸੱਟ ਨਹੀਂ ਲੱਗੀ। ਸੱਟਾਂ ਲੱਗੀਆਂ, ਡਾਂਗਾਂ ਵੱਜੀਆਂ ਆਮ ਸਿੱਖਾਂ ਦੇ, ਆਮ ਸੰਗਤ ਦੇ ਜਿਹੜੀ ਉੱਥੇ ਬੈਠੀ ਸੀ। ਜਿਹੜੇ ਉੱਥੇ ਗਰਮ ਬਿਆਨ ਦਿੰਦੇ ਸੀ, ਗਾਟੇ ਲਾ ਦਿਆਂਗੇ ਜੇ ਕੋਈ ਸਾਡੇ ਵੱਲ ਮੈਲੀ ਅੱਖ ਨਾਲ ਝਾਕਿਆ, ਇਹ ਕਰ ਦਿਆਂਗੇ, ਕੋਈ ਨਹੀਂ ਲੱਭਦਾ ਜਦੋਂ ਮੋਰਚੇ ਦੇ ਉੱਤੇ ਲਾਠੀਚਾਰਜ ਹੁੰਦਾ ਜਾਂ ਕਿਸੇ ਤਰ੍ਹਾਂ ਦੀ ਕਾਰਵਾਈ ਹੁੰਦੀ ਆ। ਸੋ ਇਹ ਵੀ ਕਿਤੇ ਨਾ ਕਿਤੇ ਸਾਜ਼ਿਸ਼ ਦਾ ਹਿੱਸਾ, ਸਾਨੂੰ ਇਹ ਚੀਜ਼ ਸਮਝਣੀ ਪਊਗੀ। ਜਾਂ ਤਾਂ ਗਰਮ ਬਿਆਨ ਨਾ ਦਿਓ, ਜੇ ਬਿਆਨ ਦਿੱਤੇ ਆ ਤਾਂ ਉਹਨਾਂ ਦੇ ਉੱਤੇ ਕਾਇਮ ਰਹੋ। ਸੋ ਇਹ ਚੀਜ਼ ਆ ਜਿਹੜੀ, ਇਹ ਸਾਡਾ ਬਾਰ-ਬਾਰ ਨੁਕਸਾਨ ਕਰਾ ਰਹੀ ਆ, ਔਰ ਅਸੀਂ ਬਾਰ-ਬਾਰ ਛਿੱਤਰ ਖਾ ਰਹੇ ਹਾਂ, ਔਰ ਫਿਰ ਉਹੀ ਗਲਤੀਆਂ ਬਾਰ-ਬਾਰ ਕਰ ਰਹੇ ਹਾਂ। ਪਿਛਲੀਆਂ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸੀ, ਇੱਥੇ ਬਾਦਲ ਲਾਲ ਦਾ ਕਬਜ਼ਾ, ਦਿੱਲੀ 'ਚ ਕਾਂਗਰਸ ਦਾ ਕਬਜ਼ਾ ਸਰਨਿਆਂ ਦੇ ਰਾਹੀਂ, ਅਸੀਂ ਦੋਨਾਂ ਦੇ ਵਿਚਾਲੇ ਪਿਸ ਰਹੇ ਸੀ। ਸਾਡੇ ਕੋਲ ਮੌਕਾ ਸੀ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਕਿੰਨੇ ਮੈਂਬਰ ਨੇ ਜਿਹੜੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਆ ਜਾਂ ਉੱਥੇ ਇਜਲਾਸ 'ਚ ਜਾ ਕੇ ਸਾਡੀ ਆਵਾਜ਼ ਚੁੱਕਦੇ ਆ। 1-2 ਨੇ, ਉਹਨਾਂ ਨੂੰ ਉਹ ਦੱਬ ਲੈਂਦੇ ਆ। ਜੇ ਅਸੀਂ ਪੰਥਕ ਧਿਰਾਂ, ਮਾਨ ਦਲ, ਭਾਈ ਬਿੱਟੂ ਹੁਣਾਂ ਦਾ ਦਲ ਖਾਲਸਾ, ਜਿੰਨੀਆਂ ਵੀ ਹੋਰ ਪੰਥਕ ਧਿਰਾਂ ਨੇ, ਸਾਰੀਆਂ ਰਲ ਕੇ ਲੜਦੀਆਂ ਤਾਂ ਘੱਟ ਤੋਂ ਘੱਟ ਸਾਡੇ 40-50 ਮੈਂਬਰ ਬਣਨੇ ਸੀ। 50 ਬੰਦੇ ਜਦੋਂ ਉੱਥੇ ਇਜਲਾਸ 'ਚ ਜਾ ਕੇ ਸਾਡੀ ਗੱਲ ਕਰਦੇ ਤਾਂ ਉਹ ਗੱਲ ਦਾ ਵਜ਼ਨ ਬਣਨਾ ਸੀ।
ਅੱਜ ਸਾਡੇ ਕੋਲ किन्ने मैंबर ने और बने क्यों नहीं? क्योंकि साडी पाटो धाड़ आ। ਜਿਹੜੇ मैंबर संत समाज के कोटे चों बने सी वो भी जाके बादलों की बुक्कल च बह गए। संत समाज की नाम मर्यादा बारे वो गल करते आ। बीबी जगीर कौर ने जो गुरु नानक साहब का 550 साला मनाया, एक ओंकार तो लैके गुरप्रसाद तक मूल मंत्र जपाउंदी रही। जे संत समाज के कोटे चों बने हुए श्रोमणी कमेटी के मैंबर इन्ने मूल मंत्र पूरा नहीं करा सकते तो फिर मैंबर काहदे लई बने आ? ये वस्तीफे दे के घरां च बैठण। ये सो ये किते ना किते सानू इन्हां चीज़ां वल भी देखना पऊगा। मैंबर बन जाते हैं, मैंबरी तो बाद श्रोमणी कमेटी के मैंबर बन के मुड़ के इलाके च विचरते हैं, फिर MP MLA की टिकट भालते हैं, ये MLA की टिकट लैके घरां च बह जाते हैं। सो ये जिहड़े श्रोमणी कमेटी की मैंबरी है इहनूं सियासत जाण दी एक पौड़ी बना लिया इन्हां लोकां ने। सो जे साਡੀਆਂ पंथक धिरां इकट्ठियां हुंदियां, पंथक धिरां एक हुंदियां, एकजुट हो के श्रोमणी कमेटी दीआं वोटां 'च ये लड़दियां ਤਾਂ ਅਸੀਂ ਕਾਂਗਰਸ ਨੂੰ ਵੀ ਹਰਾਉਂਦੇ, ਅਸੀਂ ਅਕਾਲੀ ਦਲ ਨੂੰ ਵੀ ਹਰਾਉਂਦੇ, ਹੋਰ ਵੀ ਪੰਥ ਵਿਰੋਧੀਆਂ ਨੂੰ ਹਰਾਉਂਦੇ। ਸਾਡੇ ਘੱਟੋ ਘੱਟ 40 ਜਾਂ 50 ਪੰਥਕ ਮੈਂਬਰ ਹੁੰਦੇ। ਕੁਝ ਵੀ ਨਹੀਂ ਆ। ਜਿਹੜੇ ਸਾਡੇ 2-4 ਮੈਂਬਰ ਜਿੱਤਦੇ ਆ ਉਹਨਾਂ ਨੂੰ ਆ ਪੈਸਿਆਂ ਨਾਲ ਖਰੀਦ ਕੇ ਆਪਦੇ ਵੱਲ ਲੈ ਜਾਂਦੇ ਆ। ਪਤਾ ਮਾਨ ਦਲ ਦੇ 2 ਮੈਂਬਰ ਜਿੱਤੇ ਸੀ, ਦੋਨਾਂ ਨੂੰ ਉਹ ਲੈ ਗਏ। ਸੋ ਇਹ ਕਦੋਂ ਤੱਕ ਅਸੀਂ ਇੱਦਾਂ ਇਹਨਾਂ ਚੀਜ਼ਾਂ ਵੱਲ ਦੇਖਦੇ ਰਹਾਂਗੇ ਔਰ ਕਦੋਂ ਤੱਕ ਇਹਨਾਂ ਚੀਜ਼ਾਂ 'ਤੇ ਅਸੀਂ ਰੋਂਦੇ ਰਹਾਂਗੇ, ਪਿੱਟਦੇ ਰਹਾਂਗੇ? ਅਸੀਂ ਇਹਨਾਂ ਚੀਜ਼ਾਂ ਨੂੰ ਸੀਰੀਅਸਲੀ ਲੈ ਕੇ ਅੱਗੇ ਕਦੋਂ ਇਹਨਾਂ ਚੀਜ਼ਾਂ ਦੇ ਸੋਲਿਊਸ਼ਨ ਲੱਭਣ ਵੱਲ ਤੁਰਾਂਗੇ? ਮੇਰੀ ਸਮਝ ਤੋਂ ਇਹ ਚੀਜ਼ਾਂ ਬਾਹਰ ਨੇ। ਔਰ ਇਹਦਾ ਹੱਲ ਕੀ ਆ? ਜਦੋਂ ਤੱਕ ਜਥੇਦਾਰ ਨੂੰ ਲਾਉਣ ਦਾ ਔਰ ਲਾਉਣ ਦਾ ਵਿਧੀ ਵਿਧਾਨ ਨਹੀਂ ਬਣਦਾ। ਹੋ ਸਕਦਾ ਜਥੇਦਾਰ ਪੜ੍ਹਿਆ ਲਿਖਿਆ ਹੋਵੇ, ਹੋ ਸਕਦਾ ਜਥੇਦਾਰ ਨੂੰ ਬਹੁਤ ਗਿਆਨ ਹੋਵੇ, ਪਰ ਉਹਨੂੰ ਸਿੱਖਾਂ ਦੀ ਜ਼ਮੀਨੀ ਹਕੀਕਤ ਬਾਰੇ ਕੁਝ ਨਹੀਂ ਪਤਾ ਕਿ ਜ਼ਮੀਨੀ ਹਕੀਕਤ ਅੱਜ ਸਿੱਖੀ ਦੀ ਕੀ ਆ, ਸਿੱਖਾਂ ਨੂੰ ਕਿਸ ਚੀਜ਼ ਦੀ ਲੋੜ ਆ, ਸਿੱਖੀ ਦੇ ਪ੍ਰਚਾਰ ਲਈ ਕਿਹੜੇ ਉਦਮਾਂ ਦੀ, ਕਿਹੜੇ ਯਤਨਾਂ ਦੀ ਲੋੜ ਆ। ਇਸ ਚੀਜ਼ ਤੋਂ ਜਥੇਦਾਰ ਬਿਲਕੁਲ ਅਣਜਾਣ। ਸਾਨੂੰ ਕਥਾਵਾਚਕ ਤਾਂ ਸਾਡੇ 'ਚ ਹੋਰ ਬਹੁਤ ਨੇ। ਜਥੇਦਾਰ ਅਕਾਲ ਤਖਤ ਸਾਹਿਬ ਜੇ ਅਸੀਂ ਕਥਾਵਾਚਕ ਹੀ ਜਾਂ ਗ੍ਰੰਥੀ ਜਥੇਦਾਰ ਬਣਾਉਣਾ ਤਾਂ ਗ੍ਰੰਥੀ ਤਾਂ ਸਾਡੇ ਕੋਲ ਬਹੁਤ ਨੇ, ਕਥਾਵਾਚਕ ਤਾਂ ਸਾਡੇ ਕੋਲ ਬਹੁਤ ਨੇ। ਕਥਾਵਾਚਕ ਤਾਂ ਸਾਡੇ ਕੋਲ ਭਾਈ ਪਿੰਦਰਪਾਲ ਸਿੰਘ ਹੋਣਾ ਵਰਗੇ, ਬਾਬਾ ਬੰਤਾ ਸਿੰਘ ਹੋਣਾ ਵਰਗੇ, ਜਾਂ ਹੋਰ ਵੀ ਭਾਈ ਪਰਮਜੀਤ ਸਿੰਘ ਜੀ ਖਾਲਸਾ ਅਨੰਦਪੁਰ ਸਾਹਿਬ ਵਾਲੇ, ਇਹਨਾਂ ਵਰਗੇ ਕਥਾਵਾਚਕ ਤਾਂ ਸਾਡੇ ਕੋਲ ਬਹੁਤ ਨੇ। ਪਰ ਸਾਨੂੰ ਚਾਹੀਦਾ ਜਥੇਦਾਰ ਜੁਰਤ ਵਾਲਾ। ਜੇ ਕਥਾਵਾਚਕਾਂ ਨੂੰ ਜਾਂ ਗ੍ਰੰਥੀਆਂ ਨੂੰ ਜਥੇਦਾਰ ਲਾਉਣਾ, ਫਿਰ ਗ੍ਰੰਥੀ ਤਾਂ ਬਹੁਤ ਨੇ ਸਾਡੇ ਕੋਲ। ਸੋ ਮੈਂ ਬੇਨਤੀ ਕਰਦਾ, ਗ੍ਰੰਥੀਆਂ ਨੂੰ ਗ੍ਰੰਥੀਆਂ ਵਾਲਾ ਕੰਮ ਕਰਨ ਦਿਓ, ਕਥਾਵਾਚਕਾਂ ਨੂੰ ਕਥਾਵਾਚਕਾਂ ਵਾਲਾ ਕੰਮ ਕਰਨ ਦਿਓ। ਜਥੇਦਾਰ ਦੀ ਪਦਵੀ 'ਤੇ ਐਸੇ ਮਨੁੱਖ ਦੀ ਚੋਣ ਹੋਵੇ ਜਿਹੜਾ ਸਿੱਖਾਂ ਦੀ ਧਾਰਮਿਕ ਵਿਦਿਆ ਵੀ ਜਾਣਦਾ ਹੋਵੇ, ਨਾਲ ਨਾਲ ਰਾਜਨੀਤੀ ਵਿੱਚ ਸਿੱਖਾਂ ਦੇ ਪੱਖ ਨੂੰ ਕਿਵੇਂ ਮਜ਼ਬੂਤ ਕਰਨਾ ਉਸ ਚੀਜ਼ ਵੱਲ ਵੀ ਉਹ ਫਿਕਰਮੰਦ ਹੋਵੇ। ਔਰ ਤੀਸਰੀ ਗੱਲ, ਉਹਦੇ ਉੱਤੇ ਕਿਸੇ ਪਾਰਟੀ ਦਾ ਗਲਬਾ ਨਾ ਹੋਵੇ, ਕਿਸੇ ਸੰਸਥਾ ਦਾ ਗਲਬਾ ਨਾ ਹੋਵੇ। ਲੋੜ ਪੈਣ 'ਤੇ ਉਹ ਸ਼੍ਰੋਮਣੀ ਕਮੇਟੀ ਨੂੰ ਵੀ ਕਟਹਿਰੇ 'ਚ ਖੜਾ ਕਰੇ, ਅਕਾਲੀ ਦਲ ਨੂੰ ਵੀ ਕਟਹਿਰੇ 'ਚ ਖੜਾ ਕਰੇ, ਜਾਂ ਹੋਰ ਜਿੰਨੇ ਵੀ ਦਲ ਨੇ ABC ਸਾਰਿਆਂ ਨੂੰ ਕਟਹਿਰੇ 'ਚ ਖੜਾ ਕਰਕੇ ਉਹ ਉਹਨਾਂ ਤੋਂ ਜਵਾਬ ਤਲਬੀ ਕਰ ਸਕੇ। ਐਸੀ ਜੁਰਤ ਵਾਲਾ ਜਥੇਦਾਰ ਸਾਨੂੰ ਚਾਹੀਦਾ, ਕਥਾਵਾਚਕ ਜਾਂ ਗ੍ਰੰਥੀ ਨਹੀਂ ਚਾਹੀਦਾ ਸਾਨੂੰ। ਸੋ ਇਹ ਮੇਰੀਆਂ ਬੇਨਤੀਆਂ ਨੇ। ਇਸ ਤੋਂ ਇਲਾਵਾ ਮੈਨੂੰ ਕੁਝ ਸਿੰਘਾਂ ਨੇ ਅੱਜ ਸਵਾਲ ਭੇਜੇ ਸੀ, ਮੈਂ ਅੱਜ ਨੋਟ ਨਹੀਂ ਕਰ ਸਕਿਆ। ਮੈਂ ਸਿੰਘਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਿੰਘ ਵੀ ਕੁਝ ਸਵਾਲ ਇਸ ਬਾਰੇ ਭੇਜਣਾ ਚਾਹੁੰਦੇ ਆ ਉਹ ਮੈਨੂੰ ਮੇਰਾ WhatsApp ਨੰਬਰ ਮੈਂ ਪੇਜ 'ਤੇ ਦਿੱਤਾ ਹੋਇਆ, ਉਸ ਪੇਜ ਦੇ ਮੇਰੇ WhatsApp ਨੰਬਰ 'ਤੇ ਮੈਨੂੰ ਆਪਣੇ ਸਵਾਲ ਜਾਂ ਸੁਝਾਅ ਭੇਜ ਸਕਦੇ ਆ, ਤਾਂ ਕਿ ਜਦੋਂ ਅਸੀਂ ਕੱਲ੍ਹ ਨੂੰ 7:30 ਵਜੇ ਲਾਈਵ ਹੋਣਾ ਸ਼ਾਮ ਨੂੰ ਤਾਂ ਅਸੀਂ ਉਹਨਾਂ ਬਾਰੇ ਵੀ ਵਿਚਾਰ ਕਰ ਸਕੀਏ, ਜਾਂ ਉਹਨਾਂ ਚੀਜ਼ਾਂ 'ਤੇ ਵੀ ਵਿਚਾਰ ਕਰ ਸਕੀਏ ਕਿ ਅਸੀਂ ਅੱਗੇ ਰਣਨੀਤੀ ਕੀ ਬਣਾਉਣੀ ਆ। ਔਰ ਦੂਸਰੀ ਬੇਨਤੀ ਮੇਰੀ ਇਹ ਆ ਕਿ ਮੈਂ ਮੋਰਚੇ ਭਾਈ ਮੁੱਛਲ ਸਾਹਿਬ ਨੂੰ ਮੈਂ ਫੋਨ ਕੀਤਾ ਪਰ ਉਹ ਗੱਲ ਨਹੀਂ ਕਰ ਸਕੇ ਜ਼ਿਆਦਾ, ਕਿਉਂਕਿ ਉਹਨਾਂ ਦੀ ਵੀ ਕਾਫੀ ਕੁੱਟਮਾਰ ਹੋਈ ਆ। ਸੋ ਇਸ ਕਰਕੇ ਮੈਨੂੰ ਹੁਣ ਉੱਥੇ ਮੋਰਚੇ 'ਤੇ ਇਸ ਟਾਈਮ ਕੀ ਉੱਥੇ ਚੱਲ ਰਿਹਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੋ ਇਹ ਮੈਂ ਉਹ ਵੀ ਬੇਨਤੀ ਕਰਦਾ ਕਿ ਜੇ ਕੋਈ ਸਿੰਘ ਉੱਥੇ ਹਾਜ਼ਰ ਹੋਵੇ ਤਾਂ ਉਹ ਜ਼ਰੂਰ ਉੱਥੋਂ ਦੀ ਜ਼ਮੀਨੀ ਹਕੀਕਤ ਹੁਣ ਕੀ ਆ ਮੋਰਚੇ ਵਾਲੀ ਜਗ੍ਹਾ ਦੀ, ਜਿਹੜਾ ਹਰਿਮੰਦਰ ਸਾਹਿਬ ਸਮੂਹ 'ਚ ਲੱਗਿਆ ਸੀ, ਉਹਦੇ ਬਾਰੇ ਵੀ ਜ਼ਰੂਰ ਦੱਸੇ। ਔਰ ਮੈਂ ਬੇਨਤੀ ਬਾਰ-ਬਾਰ ਇਹੀ ਕਰਦਾ, ਕਦੇ ਏਕਾ ਨਹੀਂ ਕਰਦੇ, ਛਿੱਤਰ ਪਹਿਲਾਂ ਵੀ ਖਾਂਦੇ ਰਹੇ ਹਾਂ, ਗਾਂ ਨੂੰ ਵੀ ਖਾਂਦੇ ਰਹਾਂਗੇ। ਸੋ ਮੇਰੀ ਇਹੀ ਬੇਨਤੀ ਆ ਕਿ ਅਸੀਂ ਏਕਾ ਕਰਕੇ ਏਕਤਾ ਦੇ ਨਾਲ ਇਹਨਾਂ ਪੰਥ ਵਿਰੋਧੀਆਂ ਦਾ ਜਿਹੜੇ ਪੰਥਕ ਬਣੇ ਹੋਏ ਆ, ਹੈ ਪੰਥ ਵਿਰੋਧੀ ਉਹ ਆ,
पर पंथक बाणे विच विचर रहे आ, इन्हां दा पर्दाफाश करिए। और ਜਿਹੜੇ ਆਪਣੇ ਆਪ ਨੂੰ ਜਥੇਦਾਰ ਕਹਿੰਦੇ ਹੋਏ ਸਿੱਖਾਂ ਦੇ ਪੱਖ 'ਚ ਨਹੀਂ ਖੜ ਸਕਦੇ, ਅਸੀਂ ਚਾਰ ਪਾਉਣਾ ਇਹੋ ਜਿਹੇ ਜਥੇਦਾਰਾਂ ਦਾ ਜਿਹੜੀ ਸਾਡੀ ਪੱਗ ਦੀ ਰਾਖੀ ਨਹੀਂ ਕਰ ਸਕਦੇ। ਅਸੀਂ ਕੀ ਉਹ ਕੁੱਟ ਕੇ ਫੋੜੇ ਰਗੜ ਕੇ ਫੋੜੇ ਤੇ ਲਾਉਣੇ ਆ ਜਿਹੜੇ ਸਾਡੀਆਂ ਪੱਗਾਂ ਦੀ ਰਾਖੀ ਨਹੀਂ ਕਰ ਸਕਦੇ। ਸੋ ਸਾਨੂੰ ਐਸੇ ਜਥੇਦਾਰ ਨਹੀਂ ਚਾਹੀਦੇ ਜਿਹੜੇ ਸਾਡੀ ਪੱਗ ਲੱਥੀ ਪੱਗ ਦੇ ਵਾਸਤੇ ਸਾਡੇ ਹੱਕ 'ਚ ਨਹੀਂ ਖੜ ਸਕਦੇ, ਜਿਹੜੇ ਸਾਡੀਆਂ ਪੱਗਾਂ ਲਹਾਉਂਦੇ ਨੇ ਕਹਿ ਕੇ। ਸਾਨੂੰ ਐਸੇ ਜਥੇਦਾਰਾਂ ਦੀ ਕੋਈ ਲੋੜ ਨਹੀਂ, ਨਾ ਅਸੀਂ ਇਹੋ ਜਿਹੇ ਬੰਦਿਆਂ ਨੂੰ ਜਥੇਦਾਰ ਮੰਨਦੇ ਹਾਂ। ਸੋ ਮੇਰੀ ਬੇਨਤੀ ਇਹੀ ਆ। ਔਰ ਦੂਸਰੀ ਬੇਨਤੀ, ਜਿਹੜੇ ਵੀ ਪ੍ਰਚਾਰਕ ਜਾਂ ਸੰਤ ਬਾਬੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਸੇਵਾ ਸੰਭਾਲ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ ਜਾਵੇ। ਔਰ ਕੀ 328 ਸਰੂਪ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵੇਚੇ ਗਏ ਨੇ। ਇੱਕ ਚੀਜ਼ ਮੈਂ ਹੋਰ ਕਹੂੰਗਾ, ਉਹ ਕਹਿ ਰਹੇ ਨੇ ਕਿ ਸਰੂਪਾਂ ਦੇ ਵਿੱਚ ਗੜਬੜ ਹੋਈ ਆ ਜੀ, ਵੇਚਣ ਦੇ ਵਿੱਚ ਬੇਅਦਬੀ ਨਹੀਂ ਹੋਈ। ਇਹ ਚੀਜ਼ ਮੈਂ ਕਲੀਅਰ ਕਰੂੰਗਾ। ਇੱਕ ਮੈਂ ਕੱਲ੍ਹ ਵੀ ਬੋਲਿਆ ਸੀ, ਪਰ ਮੈਂ ਅੱਜ ਫੇਰ ਉਸ ਚੀਜ਼ ਨੂੰ ਕਲੀਅਰ ਕਰਨਾ ਚਾਹੁੰਦਾ। ਗੜਬੜ ਕਿਵੇਂ ਹੋਈ, ਸਾਡਾ ਸ਼ੱਕ ਕਿਵੇਂ ਜਾਂਦਾ ਉੱਚ ਪੱਧਰ ਤੱਕ। ਇੱਕ ਸ਼੍ਰੋਮਣੀ ਕਮੇਟੀ ਆ ਜਿਹੜੀ, ਉਹ ਇੰਸਪੈਕਟਰ ਭਰਤੀ ਕਰਦੀ ਆ, ਇੰਸਪੈਕਸ਼ਨ ਕਰਦੇ ਨੇ ਜਿਹੜੇ ਜਾ ਕੇ ਜਗ੍ਹਾ ਜਗ੍ਹਾ 'ਤੇ ਗੁਰਦੁਆਰਿਆਂ ਦੇ ਵਿੱਚ। ਇੱਦਾਂ ਹੀ 4 ਸਾਲ ਤੱਕ ਸ਼੍ਰੋਮਣੀ ਕਮੇਟੀ ਦੇ ਕਿਸੇ ਇੰਸਪੈਕਟਰ ਨੇ ਛਾਪੇਖਾਨੇ 'ਚ ਜਾ ਕੇ ਇੰਸਪੈਕਸ਼ਨ ਨਹੀਂ ਕੀਤੀ ਕਿ ਇਹ ਗੁਰੂ ਸਾਹਿਬ ਦੇ ਕਿੰਨੇ ਸਰੂਪ ਛਾਪੇ ਆ, ਤੇ ਕਿੰਨੇ ਸੰਗਤ ਲੈ ਗਈ ਆ, ਤੇ ਤੇ ਲੈ ਗਈ ਆ, ਔਰ ਕਿੰਨੇ ਸਰੂਪ ਸਾਡੇ ਕੋਲ ਪਏ ਨੇ। ਜੇ 4 ਸਾਲ ਤੱਕ ਸ਼੍ਰੋਮਣੀ ਕਮੇਟੀ ਇਹ ਹਿਸਾਬ ਨਹੀਂ ਕਰ ਸਕੀ, ਉਹਨੂੰ 328 ਸਰੂਪਾਂ ਦੇ ਗਾਇਬ ਹੋਣ ਦਾ 4 ਸਾਲ ਤੱਕ ਪਤਾ ਨਹੀਂ ਲੱਗਿਆ, ਤਾਂ ਹੋਰ ਕਿੰਨੇ ਘਪਲੇ ਹੁੰਦੇ ਹੋਣਗੇ। ਇਸ ਬਾਰੇ ਤੁਸੀਂ ਖੁਦ ਧਿਆਨ, ਜਿਹੜਾ ਸਭ ਤੋਂ ਮੇਨ ਕੰਮ ਆ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦਾ, ਜੇ ਉਹਦੇ ਵਿੱਚ ਅਣਗਹਿਲੀ ਨੂੰ ਪਤਾ ਲੱਗਦਿਆਂ 4 ਸਾਲ ਲੱਗ ਸਕਦੇ ਆ, ਤਾਂ ਹੋਰ ਇਹ ਬੇਅਦਬੀ ਹੋਆ। ਗੁਰੂ ਸਾਹਿਬ ਦੇ 328 ਸਰੂਪ ਲਾਪਤਾ ਹੋ ਗਏ, ਅੱਜ ਤੱਕ ਵੇਚ ਦਿੱਤੇ। ਕਿਹਨੂੰ ਵੇਚ ਦਿੱਤੇ? ਕੌਣ ਲੈ ਕੇ ਗਿਆ ਉਹ ਸਰੂਪ, ਕਿੱਥੇ ਲੈ ਕੇ ਗਿਆ? ਇਹ ਚੀਜ਼ ਦਾ ਪਤਾ ਕੌਣ ਦੱਸੂਗਾ ਸਾਨੂੰ? ਜੀ ਸਕੱਤਰ, ਜੇ ਉਹ ਨਹੀਂ ਦੱਸਦਾ ਕਿ ਉਹਨੂੰ ਪੁਲਿਸ ਨੂੰ ਦਿਓ, ਜਦੋਂ 4 ਪਟੇ ਵੱਜੇ ਉਹ ਤਾਂ ਤੋਤੇ ਵਾਂਗੂ ਬੋਲੂਗਾ ਕਿ ਮੇਰੇ ਕੋਲੋਂ ਕੌਣ ਲੈ ਕੇ ਗਿਆ ਜਾਂ ਮੈਂ ਕਿਹਦੀ ਸਿਫਾਰਿਸ਼ ਤੇ ਦਿੱਤੇ ਨੇ। ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਜੇ ਸ਼੍ਰੋਮਣੀ ਕਮੇਟੀ ਸਾਫ਼ ਸੁਥਰੀ ਆ, ਜੇ ਸ਼੍ਰੋਮਣੀ ਕਮੇਟੀ ਦਾ ਇਹ ਸਰੂਪਾਂ ਨੂੰ ਗਾਇਬ ਕਰਨ ਵਿੱਚ ਜਾਂ ਵੇਚਣ ਵਿੱਚ ਕੋਈ ਹੱਥ ਨਹੀਂ, ਤਾਂ ਜਿਨ੍ਹਾਂ ਨੇ ਵੇਚੇ ਆ ਉਹਨਾਂ ਤੇ ਕਾਰਵਾਈ ਕਰੇ, ਉਹਨਾਂ ਨੂੰ ਪੁਲਿਸ ਨੂੰ ਦੇਵੇ। ਜੇਲ੍ਹ ਦੇ ਵਿੱਚ ਬੰਦ ਹੋਣੇ ਚਾਹੀਦੇ ਨੇ ਉਹ ਲੋਕ, ਪਰ ਉਹ ਖੁੱਲ੍ਹੇਆਮ ਘੁੰਮ ਰਹੇ ਨੇ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਉੱਚ ਅਧਿਕਾਰੀ ਉਹਦੇ ਵਿੱਚ ਸ਼ਾਮਲ ਨੇ। ਜੇ ਪੁਲਿਸ ਕਾਰਵਾਈ ਹੁੰਦੀ ਆ, ਫੌਜਦਾਰੀ ਮੁਕੱਦਮੇ ਹੁੰਦੇ ਨੇ, ਤਾਂ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਫਸਦੇ ਨੇ। ਇਸ ਕਰਕੇ ਉਹ ਪੁਲਿਸ ਕਾਰਵਾਈ ਨਹੀਂ ਕਰਨੀ ਚਾਹੁੰਦੇ। ਇਹਨੂੰ ਲਿਪਾ ਪੋਤੀ ਕਰਕੇ ਸਿਰਫ ਜਥੇਦਾਰ ਨੇ ਜੀ ਸਜ਼ਾ ਦੇ ਦਿੱਤੀ। ਪਹਿਲਾਂ ਵੀ ਇਹ ਗਲਤੀਆਂ ਹੁੰਦੀਆਂ ਰਹੀਆਂ। ਧਨੰਤਰ ਸਿੰਘ ਸਾਧ ਨੂੰ ਰੇਪ ਕੇਸ ਦੇ ਵਿੱਚ ਅਕਾਲ ਤਖਤ ਸਾਹਿਬ ਨੇ ਮਾफ़ ਕਰਤਾ ਸੀ, ਪਰ ਬਾਅਦ ਵਿੱਚ ਜਦੋਂ ਕੋਰਟ ਵਿੱਚ ਉਹ ਕੇਸ ਗਿਆ ਤਾਂ ਉਹ ਸਾਧ ਨੂੰ ਸਜ਼ਾ ਹੋਈ ਕੋਰਟ ਵਿੱਚੋਂ। ਕਿ ਉੱਥੇ ਬਦਨਾਮੀ ਨਹੀਂ ਹੋਈ ਅਕਾਲ ਤਖਤ ਸਾਹਿਬ ਦੀ? ਸੋ ਕਿਤੇ ਇਹ ਨਾ ਹੋਵੇ ਕਿ ਇਸ ਕੇਸ ਵਿੱਚ ਅਕਾਲ ਤਖਤ ਸਾਹਿਬ ਕਲੀਨ ਚਿੱਟ ਦੇ ਦੇਵੇ ਸ਼੍ਰੋਮਣੀ ਕਮੇਟੀ ਨੂੰ, ਔਰ ਜਦੋਂ ਇਹ ਕੇਸ ਹਾਈ ਕੋਰਟ ਵਿੱਚ ਜਾਵੇ ਤਾਂ ਉੱਥੋਂ ਸ਼੍ਰੋਮਣੀ ਕਮੇਟੀ ਦੋਸ਼ੀ ਕਰਾਰ ਹੋ ਜਾਵੇ। ਸੋ ਇਸ ਚੀਜ਼ ਨੂੰ ਸਮਝਣ ਜਥੇਦਾਰ। ਸੋ ਇਹ ਚੀਜ਼ ਨੂੰ ਸਾਨੂੰ ਸਮਝਣਾ ਚਾਹੀਦਾ ਕਿ ਇਹ ਇਸ ਤਰ੍ਹਾਂ ਹੋਇਆ। ਜਿਵੇਂ ਇੱਕ ਆਮ ਉਦਾਹਰਣ ਹੈ ਕਿ ਇੱਕ ਪਿਓ ਦੇ 4 ਪੁੱਤ ਨੇ, ਉਹਦੇ 3 ਪੁੱਤ ਬਾਹਰ ਰਹਿੰਦੇ ਨੇ, ਇੱਕ ਪੁੱਤ ਹੈ ਜਿਹੜਾ ਉਹ ਖੇਤੀ ਸੰਭਾਲਦਾ। ਉਹ ਪਿਓ ਆ, 4 ਸਾਲ ਬਾਅਦ ਜਿਹੜੇ ਉਹਦੇ ਦੂਜੇ 3 ਪੁੱਤ ਨੇ, ਜਦੋਂ ਉਹ ਆ ਕੇ ਘਰੇ ਦੇਖਦੇ ਆ ਕਿ ਜਿਹੜਾ ਭਰਾ ਸਾਡਾ ਖੇਤੀ ਕਰਦਾ ਸੀ, ਇਹਨੇ ਆਪਣੇ ਨਾਂ ਤੇ 4 ਕਿੱਲੇ ਜ਼ਮੀਨ ਕਿਤੇ ਪਾਸੇ ਲੈ ਲਈ ਆ। ਉਹ ਜਦੋਂ ਆਪਣੇ ਬਾਪੂ ਨੂੰ ਪੁੱਛਦੇ ਨੇ ਕਿ ਬਾਪੂ ਇਹ ਕਿਵੇਂ, ਵੀ ਸਾਂਝੀ ਖੇਤੀ ਹੈ, ਇਹਨੂੰ ਅਸੀਂ ਸਾਰੇ ਸਾਂਝਾ ਖਰਚਾ ਪਾਣੀ ਦਿੰਦੇ ਹਾਂ, ਫਿਰ ਇਹਨੇ 4 ਕਿੱਲੇ ਜ਼ਮੀਨ ਵੱਧ ਕਿਵੇਂ ਬਣਾ ਲਈ? ਤਾਂ ਬਾਪੂ ਕਹੇ ਮੈਨੂੰ ਪਤਾ ਨਹੀਂ ਜੀ, ਇਹ ਆੜ੍ਹਤੀਏ ਕੋਲ ਹੇਰਾ ਫੇਰੀ ਕਰ। ਕੀ ਬਾਪੂ ਦਾ ਫਰਜ਼ ਨਹੀਂ ਬਣਦਾ ਕਿ ਹਰ 6 ਮਹੀਨਿਆਂ ਬਾਅਦ ਆੜ੍ਹਤੀਏ ਕੋਲ ਜਾ ਕੇ ਪਤਾ ਕਰੇ ਵੀ ਭਾਈ ਸਾਡੀ ਸਾਂਝੀ ਫਸਲ ਹੈ, ਮੇਰਾ ਮੁੰਡਾ ਵੇਚ ਕੇ ਗਿਆ, ਉਹਨੇ ਕਿੰਨੇ ਦੀ ਫਸਲ ਹੋਈ ਹੈ, ਕਿੰਨਾ ਖਰਚਾ ਹੋਇਆ ਸੀ? ਸੋ ਇਹਦਾ ਮਤਲਬ ਕਿ ਜਿਹੜਾ ਬਾਪੂ ਹੈ ਉਹ ਮੁੰਡੇ ਨਾਲ ਰਲਿਆ ਹੋਇਆ, ਵੱਡੇ ਨਾਲ। ਸੋ ਸਾਨੂੰ ਵੀ ਇਹ ਲੱਗਦਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਆ, ਜਿਨ੍ਹਾਂ ਨੇ ਸਰੂਪ ਵੇਚੇ ਆ, ਉਹਨਾਂ ਨਾਲ ਰਲੇ ਹੋਏ ਆ, ਤਾਂ ਕਰਕੇ ਉਹਨਾਂ 'ਤੇ ਕਾਰਵਾਈ ਨਹੀਂ ਹੋਣ ਦੇਣਾ ਚਾਹੁੰਦੇ। ਸੋ ਇਸ ਚੀਜ਼ ਦਾ ਸਾਨੂੰ ਸ਼ੱਕ ਹੈ। ਜਦੋਂ ਤੱਕ ਸ਼੍ਰੋਮਣੀ ਕਮੇਟੀ ਇਹ ਸ਼ੱਕ ਕਲੀਅਰ ਨਹੀਂ ਕਰਦੀ, ਸ਼੍ਰੋਮਣੀ ਕਮੇਟੀ ਦਾ ਔਰ ਜਥੇਦਾਰ ਅਕਾਲ ਤਖਤ ਜਿਹੜੇ ਬਣੇ ਨੇ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸ਼੍ਰੋਮਣੀ ਕਮੇਟੀ ਤੋਂ ਤਨਖਾਹ ਲੈਂਦੇ ਨੇ, ਉਹਨਾਂ ਦਾ ਵਿਰੋਧ
ਸਿੱਖ ਸੰਗਤ ਕਰਦੀ ਰਹੂਗੀ। ਮੈਂ ਸੰਗਤ ਦੇ ਚਰਨਾਂ 'ਚ ਪੁਰਜੋਰ ਬੇਨਤੀ ਕਰਦਾ, ਜੇ ਤੁਸੀਂ ਕਿਸੇ ਧੜੇ ਦੇ ਸਿੱਖ ਹੋ, ਜੇ ਤੁਸੀਂ ਕਾਂਗਰਸ ਦੇ ਸਿੱਖ ਹੋ, ਜੇ ਤੁਸੀਂ ਅਕਾਲੀ ਦਲ ਦੇ ਸਿੱਖ ਹੋ, ਜੇ ਤੁਸੀਂ ਆਮ ਆਦਮੀ ਪਾਰਟੀ ਦੇ ਸਿੱਖ ਹੋ, ਤਾਂ ਤੁਸੀਂ ਆਪਣੇ ਘਰਾਂ 'ਚ ਬਹਿ ਕੇ ਜੋ ਕਰਨਾ ਕਰੋ। ਪਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਹੋ ਤਾਂ ਉਹਨਾਂ ਲੋਕਾਂ ਦਾ ਵਿਰੋਧ ਕਰੋ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਨੂੰ ਢਾਹ ਲਾ ਰਹੇ ਆ। ਜੇ ਤੁਸੀਂ ਕਾਂਗਰਸ ਦੇ ਸਿੱਖ ਹੋ, ਜੇ ਆਮ ਆਦਮੀ ਦੇ ਸਿੱਖ ਹੋ ਪਾਰਟੀ ਦੇ ਸਿੱਖ ਹੋ, ਜੇ ਤੁਸੀਂ ਅਕਾਲੀ ਦਲ ਦੇ ਸਿੱਖ ਹੋ, ਤਾਂ ਤੁਸੀਂ ਜੋ ਮਰਜ਼ੀ ਕਰੋ, ਸਾਨੂੰ ਕੋਈ ਗਿਲਾ ਨਹੀਂ। ਪਰ ਜੇ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ, ਜੇ ਤੁਸੀਂ ਖਾਲਸਾ ਪੰਥ ਦੇ ਨਾਲ ਹੋ, ਖਾਲਸੇ ਪੰਥ ਦੇ ਅੰਗ ਹੋ, ਤਾਂ ਉਹਨਾਂ ਲੋਕਾਂ ਦੇ ਖਿਲਾਫ ਖੜੇ ਹੋਵੋ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਾਣ ਸਤਿਕਾਰ ਨੂੰ ਢਾਹ ਲਾ ਰਹੇ ਆ। ਸੋ ਅੱਜ ਵਾਸਤੇ ਮੈਂ ਮਾफ़ੀ ਮੰਗਦਾ। ਕੱਲ੍ਹ ਨੂੰ ਅਸੀਂ ਫੇਰ ਸ਼ਾਮ ਦੇ 7:30 ਵਜੇ ਆਪ ਸਭ ਦੇ ਨਾਲ ਇਸੇ ਤਰ੍ਹਾਂ ਵਿਚਾਰ ਕਰਨ ਵਾਸਤੇ ਇਸ ਪੇਜ ਦੇ ਉੱਤੋਂ ਲਾਈਵ ਹੋਵਾਂਗੇ। ਆਪ ਸਭ ਨੇ ਦਰਸ਼ਨ ਦੇਣੇ। ਜੇ ਮੈਂ ਕੁਛ ਆਵੇਸ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਗੁਰਮਤ ਤੋਂ ਉਲਟ ਬਚਨ ਕਰ ਗਿਆ ਹੋਵਾਂ, ਉਹਦੇ ਵਾਸਤੇ ਮੈਂ ਖਿਮਾ ਮੰਗਦਾ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।